हाँ जी विद्यार्थियों सो किवें हो सारे। सो सब तो पहला आप गल करते हैं हाँ जी। सो हाँ अगला जिहड़ा टैसट अपना होया सीगा जिहड़ा टैसट नंबर 6 सी शायद है ना 6 नंबर टैसट है हाँ। सो ਉਹਦੇ ਵਿੱਚ ਜਿਹੜੇ ਪ੍ਰਸ਼ਨ ਆਏ ਸੀਗੇ ਹੈ ਨਾ ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ ਦੇਖਦੇ ਹਾਂ ਇਸ ਤਰ੍ਹਾਂ ਦੇ ਪ੍ਰਸ਼ਨ ਹੈ ਜਿਹੜੇ ਐਗਜ਼ਾਮ ਦੇ ਵਿੱਚ ਪੂਰੇ ਆਉਣ ਦੀ ਸੰਭਾਵਨਾ ਹੈ। ਹੁਣ ਜਿਵੇਂ ਪਹਿਲਾ ਪ੍ਰਸ਼ਨ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਵੀ ਵਾਕੰਸ਼ ਉਪਵਾਕ ਅਤੇ ਵਾਕ ਇੱਕ ਹੀ ਹਨ ਵੀ ਕਾਰਜੀ ਇਕਾਈਆਂ ਕਾਵ ਵੰਡ ਇਕਾਈਆਂ ਕਾਵ ਵੰਡ ਵਾਕ ਵੰਡ ਸੀ ਅਸਲ ਦੇ ਵਿੱਚ ਵਾਕ ਵੰਡ ਇਕਾਈਆਂ ਵਾਕ ਮੂਲਕ ਇਕਾਈਆਂ ਜਾਂ ਅਕਾਰਜੀ ਇਕਾਈਆਂ। ਸੋ ਅਗਰ ਤੁਸੀਂ ਪੜ੍ਹਦੇ ਹੋ ਅਗਰ ਇਹਦੀ ਥਿਓਰੀ ਪੜ੍ਹੀ ਹੋਈ ਹੈ ਤਾਂ ਥਿਓਰੀ ਪਿੱਛੇ ਇਹ ਦਿੱਤਾ ਹੋਇਆ ਕਿ ਵਾਕੰਸ਼ ਉਪਵਾਕ ਅਤੇ ਵਾਕ ਇਹ ਤਿੰਨੋਂ ਜੀ ਕਾਰਜੀ ਇਕਾਈਆਂ ਹਨ। ਕਾਰਜੀ ਇਕਾਈਆਂ ਕਾਰਜ ਕਰਨਾ ਜਿਹਨੂੰ ਹਿੰਦੀ ਤੁਸੀਂ ਕਾਰਿਆ ਕਹਿ ਦਿੰਦੇ ਹੋ ਠੀਕ ਹੈ। ਸੋ ਇਹ ਪਹਿਲਾ ਪ੍ਰਸ਼ਨ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਹੈ ਨਾ। ਇਹ ਹੈ ਜਿਹੜਾ ਵਾਕ ਨੂੰ ਵੀ ਕਾਰਜੀ ਇਕਾਈ ਕਿਹਾ ਜਾਂਦਾ ਹੈ ਵਾਕੰਸ਼ ਨੂੰ ਵੀ ਉਪਵਾਕ ਨੂੰ ਵੀ ਤਿੰਨਾਂ ਨੂੰ ਕਾਰਜੀ ਇਕਾਈਆਂ ਕਿਹਾ ਜਾਂਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ। ਇੱਕ ਦਾ ਪਹਿਲੇ ਪ੍ਰਸ਼ਨ ਦਾ ਇਹ ਨੰਬਰ ਆਪਸ਼ਨ ਤੁਹਾਡਾ ਸਹੀ ਹੋਊਗਾ ਠੀਕ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਬੜਾ ਇੰਪੋਰਟੈਂਟ ਹੈ ਕਹਿੰਦਾ ਵਾਕ ਦੇ ਲਾਜ਼ਮੀ ਤੱਤ ਹਨ ਕਿਹੜੇ ਹੈ ਜਿਹੜੇ ਵਾਕ ਦੇ ਲਾਜ਼ਮੀ ਜ਼ਰੂਰੀ ਤੱਤ ਕਿਹੜੇ ਹੈ ਇਹਦੇ ਵਿੱਚੋਂ ਨਾਮ ਵਾਕੰਸ਼ ਅਤੇ ਕਿਰਿਆ ਵਾਕੰਸ਼ ਵਿਸ਼ੇਸ਼ਣੀ ਵਾਕੰਸ਼ ਅਤੇ ਕਿਰਿਆ ਵਾਕੰਸ਼ ਨਾਮ ਵਾਕੰਸ਼ ਅਤੇ ਕਿਰਿਆ ਵਾਕੰਸ਼ ਅਤੇ ਪੜਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼। ਅੱਛਾ ਇਹ ਰਿਪੀਟ ਹੋ ਗਿਆ ਕਿ ਅੱਛਾ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਪਹਿਲਾ ਜਿਹੜਾ ਸੀਗਾ ਉਹ ਪਹਿਲਾ ਆਪਸ਼ਨ ਜਿਹੜਾ ਸੀਗਾ ਉਹਨੂੰ ਤੁਸੀਂ ਵਿਸ਼ੇਸ਼ਣੀ ਵਾਕੰਸ਼ ਕਰ ਲੈਣਾ। ਇਹ ਅਤੇ ਸੀ ਇੱਕੋ ਜਿਹੇ ਹੋ ਗਏ ਨਾ ਇਹਨੂੰ ਤੁਸੀਂ ਵਿਸ਼ੇਸ਼ਣੀ ਵਾਕੰਸ਼ ਲਿਖ ਲਿਆ ਜੇ ਠੀਕ ਹੈ। ਅਗਰ ਇਸ ਤਰ੍ਹਾਂ ਦਾ ਮੰਨ ਲਓ ਤੁਸੀਂ ਆ ਗਿਆ ਹਾਲਾਂਕਿ ਗਲਤੀ ਤਾਂ ਮੈਂ ਸਹੀ ਕਰਵਾਤੀ ਸੀ ਇਹ ਮੈਨੂੰ ਲੱਗਦਾ ਹੈ ਜਿਵੇਂ ਅਗਰ ਨਹੀਂ ਕੀਤਾ ਤੁਸੀਂ ਇਹਨੂੰ ਆਪ ਜ਼ਿੰਮੇਵਾਰੀ ਨਾਲ ਇਹਨੂੰ ਸਹੀ ਕਰ ਲੈਣਾ ਵੀ ਇਹ ਹੁਣ ਦੇਖੋ ਆਪਸ਼ਨ ਵੀ ਵਾਕ ਦੇ ਲਾਜ਼ਮੀ ਤੱਤ ਕਿਹੜੇ ਆ ਇਹਦੇ ਵਿੱਚੋਂ ਕਿਹੜਾ ਤੱਤ ਹੈ ਕਿਹੜੇ ਆ ਵੀ ਜਿਹੜੇ ਵਾਕ ਦੇ ਲਾਜ਼ਮੀ ਹੈ ਵੀ ਅਗਰ ਉਹ ਤੱਤ ਨਾ ਹੋਊਗਾ ਤਾਂ ਉਹ ਵਾਕ ਨੂੰ ਵਾਕ ਨਹੀਂ ਕਹਿ ਸਕਦੇ ਆਪਾਂ। ਵਿਸ਼ੇਸ਼ਣੀ ਵਾਕੰਸ਼ ਕਿਰਿਆ ਵਾਕੰਸ਼ ਨਾਮ ਵਾਕੰਸ਼ ਕਿਰਿਆ ਵਾਕੰਸ਼ ਪੜਨਾਂਵ ਵਾਕੰਸ਼ ਕਿਰਿਆ ਵਾਕੰਸ਼ ਇਹਦੇ ਵਿੱਚੋਂ ਧਿਆਨ ਰੱਖਣਾ ਤੁਸੀਂ ਜਿਹੜੇ ਨਾਮ ਵਾਕੰਸ਼ ਅਤੇ ਕਿਰਿਆ ਵਾਕੰਸ਼ ਆ ਦੋਨੇ ਇਹ ਇੱਕ ਵਾਕ ਦੇ ਲਾਜ਼ਮੀ ਤੱਤ ਹਨ। ਵਾਕ ਦੇ ਵਿੱਚ ਮੰਨ ਲਓ ਵਿਸ਼ੇਸ਼ਣੀ ਵਾਕੰਸ਼ ਨਾ ਹੋਊਗਾ ਕੋਈ ਗੱਲ ਨਹੀਂ ਕਿਰਿਆ ਵਿਸ਼ੇਸ਼ਣੀ ਵਾਕੰਸ਼ ਨਾ ਹੋਊਗਾ ਕੋਈ ਗੱਲ ਨਹੀਂ ਪੜਨਾਂਵ ਨਾ ਹੋਊਗਾ ਕੋਈ ਨਹੀਂ ਉਹਦੀ ਥਾਂ 'ਤੇ ਨਾਮ ਵਾਕੰਸ਼ ਹੋਊਗਾ ਪੜਨਾਂਵ ਤਾਂ ਕੋਈ ਵਾਕੰਸ਼ ਹੁੰਦਾ ਹੀ ਨਹੀਂਗਾ ਨਾਮ ਵਾਕੰਸ਼ ਹੀ ਹੁੰਦਾ। ਸੋ ਇਸ ਕਰਕੇ ਕੀ ਹੈ ਵੀ ਇਹਦੇ ਵਿੱਚ ਨਾਮ ਵਾਕੰਸ਼ ਅਤੇ ਕਿਰਿਆ ਵਾਕੰਸ਼ ਇਹ ਦੋਨੋਂ ਵਾਕ ਦੇ ਲਾਜ਼ਮੀ ਤੱਤ ਹਨ। ਕਹਿਣ ਦਾ ਮਤਲਬ ਕੀ ਹੈ ਅਗਰ ਆਪਾਂ ਦੇਸੀ ਭਾਸ਼ਾ ਦੇ ਵਿੱਚ ਆਖੀਏ ਵੀ ਇੱਕ ਵਾਕ ਹੈ ਜਿਹੜਾ ਉਹਦੇ ਵਿੱਚ ਨਾਮ ਅਤੇ ਕਿਰਿਆ ਦੋਨਾਂ ਦਾ ਹੋਣਾ ਬੜਾ ਜ਼ਰੂਰੀ ਹੈ। ਬਸ ਆਪਾਂ ਵਾਕ ਦੀ ਪਰਿਭਾਸ਼ਾ ਕੀ ਹੈ ਅਗਰ ਤੁਹਾਨੂੰ ਕੋਈ ਕਹੇ ਵੀ ਵਾਕ ਕਿਹਨੂੰ ਕਹਿੰਦੇ ਆ ਤਾਂ ਉਸ ਵਾਕ ਦੇ ਵਿੱਚ ਇੱਕ ਨਾਮ ਅਤੇ ਇੱਕ ਕਿਰਿਆ ਦਾ ਹੋਣਾ ਬੜਾ ਹੀ ਜ਼ਰੂਰੀ ਹੈ ਉਹਨੂੰ ਕਿਹਾ ਜਾਂਦਾ ਵਾਕ। ਬਸ ਉਸੇ ਨੂੰ ਹੀ ਅੱਗੇ ਕਿਹਾ ਜਾਂਦਾ ਨਾਮ ਵਾਕੰਸ਼ ਕਿਰਿਆ ਵਾਕੰਸ਼ ਠੀਕ ਹੈ। ਵਾਕੰਸ਼ਾਂ ਬਾਰੇ ਪੜ੍ਹ ਲਿਓ ਜੇ ਪ੍ਰਸ਼ਨ ਆਉਣਗੇ ਵਿੱਚੋਂ ਇੱਕ ਆ ਸਕਦਾ ਇੱਕ ਤਾਂ ਪੱਕਾ ਹੀ ਹੈ ਦੋ ਵੀ ਆ ਸਕਦੇ ਆ। ਅੱਗੇ ਵੀ ਸਹੀ ਕ੍ਰਮ ਚੁਣਨਾ ਸਹੀ ਕ੍ਰਮ ਚੁਣੋ ਕਹਿੰਦਾ ਸ਼ਬਦ ਧੁਨੀ ਵਾਕੰਸ਼ ਉਪਵਾਕ ਵਾਕ ਧੁਨੀ ਸ਼ਬਦ ਉਪਵਾਕ ਵਾਕੰਸ਼ ਵਾਕ ਸ਼ਬਦ ਧੁਨੀ ਉਪਵਾਕ ਵਾਕੰਸ਼ ਵਾਕ ਜਾਂ ਧੁਨੀ ਸ਼ਬਦ ਵਾਕੰਸ਼ ਉਪਵਾਕ ਵਾਕ। ਇਹ ਜਿਹੜਾ ਡੀ ਨੰਬਰ ਆਪਸ਼ਨ ਹੈ ਧੁਨੀ ਤੋਂ ਬਾਅਦ ਸ਼ਬਦਾਂ ਤੋਂ ਵਾਕੰਸ਼ ਤੋਂ ਉਪਵਾਕ ਤੋਂ ਅੱਗੇ ਵਾਕ ਬਣਦਾ ਹੈ ਠੀਕ ਹੈ ਬਾਈ। ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਹੜੀ ਕਿਹਾ ਜਾਂਦਾ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਜਿਹੜੀ ਜਾਂ ਛੋਟੀ ਤੋਂ ਛੋਟੀ ਇਕਾਈ ਹੈ ਉਹ ਇੱਕ ਧੁਨੀ ਹੈ ਪਰ ਧੁਨੀ ਹੈ ਜਿਹੜੀ ਉਹ ਨਿਰਾਰਥਕ ਇਕਾਈ ਹੈ। ਧੁਨੀ ਦੇ ਆਪਣੇ ਕੋਈ ਅਰਥ ਨਹੀਂ ਹੁੰਦੇ ਧੁਨੀਆਂ ਦੇ ਸੰਯੋਗ ਤੋਂ ਜਿਹੜੇ ਸ਼ਬਦ ਬਣਦੇ ਆ ਉਹਨਾਂ ਦੇ ਅਰਥ ਹੁੰਦੇ ਆ। ਅਗਰ ਕਿਹਾ ਜਾਵੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਤਾਂ ਉੱਤਰ ਆਊਗਾ ਧੁਨੀ। ਅਗਰ ਕਿਹਾ ਜਾਵੇ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਨਿਰਾਰਥਕ ਇਕਾਈ ਹੈ ਤਾਂ ਵੀ ਧੁਨੀ ਆਊਗਾ। ਪਰ ਅਗਰ ਪ੍ਰਸ਼ਨ ਬਣੇ ਵੀ ਭਾਸ਼ਾ ਦੀ ਸਭ ਤੋਂ ਛੋਟੀ ਅਤੇ ਸਾਰਥਕ ਇਕਾਈ ਕਿਹੜੀ ਹੈ ਸਭ ਤੋਂ ਛੋਟੀ ਧੁਨੀ ਜ਼ਰੂਰ ਹੈ ਪਰ ਧੁਨੀ ਸਾਰਥਕ ਨਹੀਂ ਗੀ ਇਸ ਕਰਕੇ ਆਪਾਂ ਨੂੰ ਸਾਰਥਕ ਲੱਭਣਾ ਉਹਦੇ ਵਿੱਚੋਂ ਵੀ ਸਾਰਥਕ ਸ਼ਬਦ ਹੈ। ਇਸ ਕਰਕੇ ਭਾਸ਼ਾ ਦੀ ਜਿਹੜਾ ਸ਼ਬਦ ਹੈ ਨਾ ਜਿਹੜਾ ਉਹ ਭਾਸ਼ਾ ਦੀ ਇੱਕ ਛੋਟੀ ਇਕਾਈ ਵੀ ਹੈ ਅਤੇ ਉਹਦੇ ਨਾਲ ਸਾਰਥਕ ਵੀ ਹੈ। ਸਭ ਤੋਂ ਛੋਟੀ ਧੁਨੀ ਹੈ ਇਹ ਮੈਂ ਇਨਕਾਰ ਨਹੀਂ ਕਰਦਾ ਇਸ ਗੱਲ ਤੋਂ ਇਹ ਸਹੀ ਹੈ ਬਿਲਕੁਲ ਪਰ ਧੁਨੀ ਨਿਰਾਰਥਕ ਹੈ। ਅਗਰ ਪੁੱਛਿਆ ਜਾਵੇ ਵੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ ਜੋ ਸਾਰਥਕ ਹੈ
ਤਾਂ ਧੁਨੀ ਸਾਰਥਕ ਨਹੀਂ ਗੀ, ਇੱਥੇ ਤੁਹਾਡਾ ਉੱਤਰ ਧੁਨੀ ਨਹੀਂ ਆਊਗਾ, ਇੱਥੇ ਉੱਤਰ ਆਊਗਾ ਸ਼ਬਦ। ਇਹ ਯਾਦ ਰੱਖਣੀਆਂ ਗੱਲਾਂ, ਇਹ ਥੋੜਾ ਕਾਮਨ ਸੈਂਸ ਨਾਲ ਯਾਦ ਰੱਖਿਓ ਇਹਨੂੰ। ਇਸ ਤਰ੍ਹਾਂ ਦਾ ਪ੍ਰਸ਼ਨ ਕੁਦਰਤੀ ਬਣ ਜੇ ਤਾਂ ਧੁਨੀ ਧੁਨੀ ਤੋਂ ਬਣਦੇ ਆ ਸ਼ਬਦ, ਸ਼ਬਦ ਤੋਂ ਵਾਕੰਸ਼, ਵਾਕੰਸ਼ ਤੋਂ ਉਪਵਾਕ, ਉਪਵਾਕ ਤੋਂ ਵਾਕ। ਠੀਕ ਹੈ ਬਾਈ। ਇਹ ਵੀ ਕਿਹਾ ਜਾਂਦਾ ਵੀ ਵਾਕੰਸ਼ ਆ ਜਿਹੜੀ ਉਹ ਸ਼ਬਦ ਵਰਗੀ ਇਕਾਈ ਹੈ, ਤੇ ਉਪਵਾਕ ਹੁੰਦਾ ਜਿਹੜਾ ਉਹ ਵਾਕ ਵਰਗਾ ਹੁੰਦਾ। ਇਸ ਤਰ੍ਹਾਂ ਦੀ ਕਰ ਤੁਸੀਂ ਥਿਊਰੀ ਜਦੋਂ ਪੜ੍ਹਦੇ ਹੋ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ। ਅੱਗੇ ਸਮਾਨ ਯੋਜਕ ਦਾ ਸੰਬੰਧ ਹੈ। ਸਮਾਨ ਯੋਜਕ ਦਾ ਸੰਬੰਧ ਦੱਸੋ ਜੀ ਕਿਹਦੇ ਨਾਲ ਹੈ? ਅਧੀਨ ਉਪਵਾਕ ਨਾਲ, ਮਿਸ਼ਰਿਤ ਵਾਕ ਨਾਲ, ਸੰਯੁਕਤ ਵਾਕ ਨਾਲ ਜਾਂ ਮਿਸ਼ਰਿਤ ਉਪਵਾਕ ਨਾਲ। ਸਮਾਨ ਯੋਜਕ ਹੈ ਜਿਹੜਾ ਉਹ ਸੰਯੁਕਤ ਵਾਕ ਦਾ ਨਿਰਮਾਣ ਕਰਦਾ ਹੈ, ਸਮਾਨ ਯੋਜਕ। ਠੀਕ ਹੈ ਬਾਈ। ਅਤੇ ਅਧੀਨ ਯੋਜਕ ਹੈ ਜਿਹੜਾ ਉਹ ਮਿਸ਼ਰਿਤ ਵਾਕ ਦਾ ਨਿਰਮਾਣ ਕਰਦਾ ਹੈ। ਸਮਾਨ ਯੋਜਕ ਦਾ ਸੰਬੰਧ ਸੰਯੁਕਤ ਵਾਕ ਦੇ ਨਾਲ ਹੈ। ਪ੍ਰਸ਼ਨ ਇੱਕ ਸਟੂਡੈਂਟ ਪੁੱਛ ਰਿਹਾ ਸੀ, ਫਿਰ ਵੀ, ਹੈ ਨਾ, ਫਿਰ ਵੀ ਸ਼ਬਦ ਮੈਂ ਦੱਸਿਆ ਸੀ, ਮੈਨੂੰ ਲੱਗਦਾ ਮੈਨੂੰ ਧਿਆਨ ਨਹੀਂ ਕਿੱਥੇ ਹੈ, ਮੈਂ ਫਿਰ ਵੀ ਸ਼ਬਦ ਦੱਸਿਆ ਸੀਗਾ ਆਪਣੇ, ਫਿਰ ਵੀ, ਹੈ ਨਾ, ਕਿਉਂਕਿ ਜਿਹੜਾ ਹੈਗਾ ਆਪਣਾ ਪੰਜਾਬ ਸਕੂਲ ਸਿੱਖਿਆ ਬੋਰਡ ਵਾਲਾ ਜਿਹੜਾ ਵਿਆਕਰਣ ਹੈ ਨਾ, ਅਤੇ ਉਹਦੇ ਵਿੱਚ ਨਾ ਫਿਰ ਵੀ ਹੈ ਜਿਹੜਾ ਉਹ ਦੋਨਾਂ 'ਚ ਹੀ ਦੇ ਰੱਖਿਆ, ਹੈ ਨਾ, ਸੰਯੁਕਤ ਵਾਕ ਦੇ ਵਿੱਚ ਵੀ ਦਿੱਤਾ ਅਤੇ ਮਿਸ਼ਰਿਤ ਵਾਕ ਦੇ ਵਿੱਚ ਵੀ ਦਿੱਤਾ। ਉਹ ਮੈਂ ਸਟੂਡੈਂਟ ਨੂੰ ਕਿਸੇ ਨੂੰ ਦੱਸਿਆ ਸੀਗਾ, ਉਹ ਸਟੂਡੈਂਟ ਰਿਪਲਾਈ ਕਰ ਦੇਣਾ ਥੱਲੇ, ਦੱਸ ਦੇਣਾ ਵੀ ਕੀ ਦੱਸਿਆ ਸੀ ਮੈਂ, ਮੈਨੂੰ ਹੁਣ ਯਾਦ ਨਹੀਂ ਵੀ ਫਿਰ ਵੀ ਜਿਹੜਾ ਉਹ ਕਿਹਦੇ ਵਿੱਚ ਮੈਂ ਦੱਸਿਆ ਸੀ ਸਹੀ ਤਰੀਕੇ ਨਾਲ ਕਿਹਦੇ 'ਚ ਆਉਂਦਾ ਉਹ ਥੋੜ੍ਹਾ ਜਿਹਾ ਦੱਸ ਦੇਣਾ। ਹਾਲਾਂਕਿ ਕੋਈ ਦਿੱਕਤ ਨਹੀਂ, ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਐਗਜ਼ਾਮੀਨਰ ਆਪ ਸਿਆਣਾ, ਉਹਨੇ ਸਿਰਫ 60 ਪ੍ਰਸ਼ਨ ਬਣਾਉਣੇ ਆ। 10 ਦਾ ਉੱਤੇ ਪੈਡਾਗੋਜੀ ਵਾਲੇ 60 ਪ੍ਰਸ਼ਨਾਂ ਦੇ ਵਿੱਚ ਵੀ ਉਹ ਢੰਗ ਦੇ ਹੀ ਬਣਾਊਗਾ, ਵਧੀਆ ਹੀ ਬਣਾਊਗਾ, ਚੱਜ ਦੇ ਪ੍ਰਸ਼ਨ ਬਣਾਊਗਾ। ਇਸ ਕਰਕੇ ਪਰ ਫਿਰ ਵੀ ਹਾਂ ਜਿਹੜਾ ਇਹ ਫਿਰ ਵੀ ਵਾਲਾ ਜਿਹੜਾ ਫਿਰ ਵੀ ਸ਼ਬਦ ਹੈ ਜਿਹੜਾ ਇਹਦੇ 'ਤੇ ਗੱਲ ਜੀ ਆ ਗਈ ਸੀ, ਹੈ ਨਾ, ਤਾਂ ਫਿਰ ਉਹ ਕਿਉਂਕਿ ਮੇਰੇ ਵਾਲੀ ਬੁੱਕ 'ਚ ਵੀ ਦੇਖ ਕੇ ਸਟੂਡੈਂਟ ਕਹਿੰਦੇ ਸਰ ਜੀ ਤੁਸੀਂ ਵੀ ਦੋਨਾਂ ਪਾਸੇ ਦੇ ਰੱਖਿਆ। ਮੈਂ ਕਿਹਾ ਮੈਂ ਕੀ ਕਰਾਂ, ਪੰਜਾਬ ਸਕੂਲ ਸਿੱਖਿਆ ਵਾਲੇ ਬੋਰਡ ਵਿੱਚ ਵੀ ਦੋਨਾਂ ਪਾਸੇ ਹੀ ਦਿੱਤਾ ਫਿਰ ਵੀ ਸ਼ਬਦ, ਹੈ ਨਾ। ਕੋਈ ਨਾ, ਉਹਦੇ 'ਤੇ ਵੀ ਕਰ ਲਾਂਗੇ ਗੱਲ। ਅਗਲਾ ਪ੍ਰਸ਼ਨ ਦੇਖਦੇ ਹਾਂ। ਹਾਂ, ਅਗਲਾ ਪ੍ਰਸ਼ਨ ਹੈ ਤੁਹਾਡਾ ਜੀ, ਹਾਂ ਅਗਲਾ ਪ੍ਰਸ਼ਨ ਹੈ, ਹਾਂ, ਬਣਤਰ ਦੇ ਆਧਾਰ 'ਤੇ ਵਾਕ ਦੀ ਕਿਸਮ ਨਹੀਂ ਹੈ। ਮਿਸ਼ਰਿਤ ਵਾਕ, ਵਿਸਮੈ ਵਾਕ, ਸਧਾਰਨ ਵਾਕ ਜਾਂ ਸੰਯੁਕਤ ਵਾਕ। ਸੋ ਇਹਦੇ ਵਿੱਚ ਇਹ ਜਿਹੜੇ ਹੈਗੇ ਆ ਆਪਣੇ ਤੁਹਾਡਾ ਭਲਾ ਕਰੇ ਰੱਬ, ਸਧਾਰਨ ਵਾਕ, ਸੰਯੁਕਤ ਵਾਕ ਅਤੇ ਮਿਸ਼ਰਿਤ ਵਾਕ, ਇਹ ਤਿੰਨੋਂ ਤਾਂ ਬਣਤਰ ਦੇ ਆਧਾਰ 'ਤੇ ਵਾਕ ਦੀ ਕਿਸਮ ਹੈ ਨਾ। ਅਤੇ ਉਸ ਤੋਂ ਬਾਅਦ ਇੱਕ ਰਹਿ ਗਿਆ ਜੀ ਵਿਸਮੈ ਵਾਕ। ਵਿਸਮੈ ਵਾਕ ਹੈ ਜਿਹੜਾ ਇਹ ਜਿਹੜਾ ਆਪਣੇ ਉਹ ਕਾਰਜ ਦੇ ਆਧਾਰ 'ਤੇ ਵਾਕਾਂ ਦੀ ਸ਼੍ਰੇਣੀ ਵੰਡ ਹੈ ਜਿਹੜਾ ਉਹਦੇ 'ਚ ਆਉਂਦਾ ਹੈ, ਬਣਤਰ ਅਤੇ ਕਾਰਜ ਦੇ ਆਧਾਰ 'ਤੇ। ਠੀਕ ਹੈ ਜੀ। ਅਗਲਾ ਪ੍ਰਸ਼ਨ, ਸਾਡੀ ਜਮਾਤ ਦੇ ਸਾਰੇ ਮੁੰਡੇ ਅੱਜ ਸ਼ਾਮ ਨੂੰ ਦਿੱਲੀ ਜਾ ਰਹੇ ਹਨ। ਸਾਡੀ ਜਮਾਤ ਦੇ ਸਾਰੇ ਮੁੰਡੇ ਅੱਜ ਸ਼ਾਮ ਨੂੰ ਦਿੱਲੀ ਜਾ ਰਹੇ ਹਨ। ਇਹ ਵਾਕ ਦੀ ਕਿਸਮ ਕਿਹੜੀ ਹੈ ਬਾਈ? ਸਧਾਰਨ ਵਾਕ, ਸੰਯੁਕਤ ਵਾਕ, ਵਿਸਮਕ ਵਾਕ ਜਾਂ ਮਿਸ਼ਰਿਤ ਵਾਕ। ਹੁਣ ਆ ਕਿੰਨਾ ਵੀ ਲਿਖਿਆ ਹੋਵੇ ਪਿੱਛੇ, ਤੁਸੀਂ ਇਹ ਦੇਖਣਾ ਵੀ ਇਹਦੇ ਵਿੱਚ ਕਿਰਿਆ ਕਿੰਨੀਆਂ, ਹੈ ਨਾ। ਇਹਦੇ ਵਿੱਚ ਕਿਰਿਆ ਜਿਹੜੀ ਆ ਦੇਖ ਲਓ, ਜਾ ਰਹੇ ਹਨ, ਇਹ ਕਿਰਿਆ ਇੱਕੋ ਹੀ ਹੈ। ਬਾਕੀ ਸਾਰੇ ਇਹਦੇ ਨਾਲ ਸਹਾਇਕ ਕਿਰਿਆ, ਕੋਈ ਕਿਰਿਆ ਰੂਪ ਇੱਕ ਹੀ ਆ ਬਾਈ, ਕਿਰਿਆ ਵਾਕੰਸ਼। ਜਿਸ ਵਾਕ ਦੇ ਵਿੱਚ ਕਿਰਿਆ ਵਾਕੰਸ਼ ਕੇਵਲ ਇੱਕੋ ਹੀ ਹੋਵੇ, ਕਿਰਿਆ ਵਾਕੰਸ਼ ਕੇਵਲ ਇੱਕ ਹੋਵੇ, ਉਸ ਨੂੰ ਕਿਹਾ ਜਾਂਦਾ ਹੈ ਸਧਾਰਨ ਵਾਕ। ਬਸ ਇਹਦੇ ਵਿੱਚ ਇੱਕੋ ਹੀ ਹੈ। ਉਸ ਤੋਂ ਪਹਿਲਾਂ ਦੇਖ ਲਓ ਕੋਈ ਕਿਰਿਆ ਨਹੀਂ ਗੀ, ਉਸ ਤੋਂ ਅੰਤ ਦੇ ਵਿੱਚ ਬਸ ਇੱਕੇ ਵਾਰੀ ਕਿਰਿਆ ਵਾਕੰਸ਼ ਆਏ ਆ, ਜਾ ਰਹੇ ਹਨ, ਇਕੱਠੇ ਹੀ ਆ ਇਹ, ਹੈ ਨਾ। ਇਹਨਾਂ ਨੂੰ ਅੱਡ ਅੱਡ ਨਹੀਂ ਮੰਨ ਸਕਦੇ, ਇਹ ਕਿਰਿਆ ਵਾਕੰਸ਼ ਹੈ ਨਾ। ਇੱਕ ਦੂਜੇ ਦੀ ਸਹਾਇਤਾ, ਕੋਈ ਸਹਾਇਕ ਕਿਰਿਆ ਜਿਹੜੀ ਉਹ ਪੜ੍ਹਦੇ ਆਪਾਂ, ਹੈ ਨਾ, ਜਿਵੇਂ ਵੀ ਉਹ ਸਾਰੀਆਂ ਦਿੱਤੀਆਂ ਹੋਈਆਂ। ਮੁੱਖ ਕਿਰਿਆ ਜਿਹੜੀ ਜਾ ਦੇ ਨਾਲ। ਠੀਕ ਹੈ ਬਈ। ਸੋ ਇਹ ਇੱਕ ਸਾਡਾ ਸਧਾਰਨ ਵਾਕ ਹੈ, ਇਹ ਵੀ ਤੁਸੀਂ ਯਾਦ ਰੱਖਣੀ ਹੈ ਗੱਲ। ਅਗਲਾ ਪ੍ਰਸ਼ਨ ਹੈ ਜਿਹੜਾ ਤੁਹਾਡਾ 7 ਨੰਬਰ ਪ੍ਰਸ਼ਨ ਹੈ, ਉਹ ਕੀ ਕਹਿੰਦਾ ਹੈ? ਮੇਰੀ ਗੱਲ ਧਿਆਨ ਨਾਲ ਸੁਣੋ, ਵਾਕ ਦੀ ਕਿਸਮ ਕਿਹੜੀ ਹੈ ਬਾਈ? ਵਿਸਮਿਕ ਵਾਕ ਹੈ, ਇੱਛਾ ਸੂਚਕ ਵਾਕ ਹੈ, ਸਵਾਲੀਆ ਵਾਕ ਹੈ ਜਾਂ ਆਗਿਆ ਸੂਚਕ ਵਾਕ ਹੈ? ਇਹ ਪ੍ਰਸ਼ਨ ਹੈ ਜਿਹੜਾ, ਇਹ ਦੇਖੋ ਜੀ, ਮੇਰੀ ਗੱਲ ਧਿਆਨ ਨਾਲ ਸੁਣੋ, ਇਹਦੇ ਨਾਲ ਉਹ ਜਿਹੜਾ ਤੁਹਾਡਾ ਆਪਣੇ ਆਗਿਆ ਜਾਂ ਹੁਕਮੀ ਵਾਕ ਜਿਹਨੂੰ ਤੁਸੀਂ ਕਹਿ ਦਿੰਦੇ ਉਹ ਹੈ ਨਾ। ਮੇਰੀ ਗੱਲ ਧਿਆਨ ਨਾਲ ਸੁਣੋ, ਆਗਿਆ ਸੂਚਕ ਵਾਕ ਹੈ। ਵਿਸਮਿਕਤਾ ਹੈ ਨਹੀਂਗਾ, ਕਿਉਂਕਿ ਵਿਸਮਿਕ ਕੋਈ ਚਿੰਨ੍ਹ ਨਹੀਂ ਆਇਆ। ਇੱਛਾ ਥੋੜ੍ਹਾ ਹਾਏ ਜੇ ਕਿਤੇ ਰੱਬ ਕਰੇ, ਇਸ ਤਰ੍ਹਾਂ ਦੀ ਇੱਛਾ ਸੂਚਕ ਨਹੀਂ ਗੀ। ਸਵਾਲੀਆ ਵਾਕ ਵੀ ਨਹੀਂਗਾ, ਮਗਰ ਉਹ ਪ੍ਰਸ਼ਨ ਚਿੰਨ੍ਹ ਵੀ ਨਹੀਂ ਲੱਗਾ ਹੋਇਆ, ਨਾ ਕੋਈ ਇਸ ਤਰ੍ਹਾਂ ਦਾ ਬਣਦਾ ਹੀ ਹੈ, ਕੋਈ ਪ੍ਰਸ਼ਨ ਵੀ ਨਹੀਂ ਪੁੱਛਿਆ ਗਿਆ, ਇਸ ਕਰਕੇ ਇਹ ਤੁਹਾਡਾ ਆਗਿਆ ਸੂਚਕ ਵਾਕ ਹੈ। ਅਗਲਾ ਪ੍ਰਸ਼ਨ, ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਜਾਂਦੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਵਾਕ ਦੇ ਭਾਵ ਨੂੰ ਹਾਂ ਸਹੀ ਹੈ। ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤੇ ਜਾਂਦੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਪੂਰਕ ਦਾ ਵਿਸਥਾਰ ਜਾਂ ਪੂਰਕ ਜਾਂ ਕਰਮ ਜਾਂ ਕਿਰਿਆ। ਵਾਕ ਦੇ ਭਾਵ ਨੂੰ ਪੂਰਾ ਕਰਦਾ ਹੈ ਜੀ ਪੂਰਕ।
ਪੂਰਕ ਹੈ ਜਿਹੜਾ ਉਹ ਵਾਕ ਦੇ ਭਾਵ ਨੂੰ ਪੂਰਾ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇਸ ਕਰਕੇ ਵਾਕ ਦੇ ਭਾਵ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਸ਼ਬਦ ਹੁੰਦਾ ਹੈ ਪੂਰਕ। ਠੀਕ ਹੈ ਬਾਈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਵਿਆਕਰਣ ਪੱਧਰ 'ਤੇ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਜੀ? ਵਿਆਕਰਣ ਪੱਧਰ 'ਤੇ ਸ਼ਬਦ, ਭਾਵਾਂਸ਼, ਵਾਕ ਜਾਂ ਵਾਕਾਂਸ਼। ਇਹ 9 ਨੰਬਰ ਪ੍ਰਸ਼ਨ ਹੈ ਤੁਹਾਡਾ। ਇਹ ਸੌਖਾ ਹੀ ਹੈ, ਤੁਹਾਨੂੰ ਪਤਾ ਹੀ ਹੈ। ਵਿਆਕਰਣ ਪੱਧਰ 'ਤੇ ਸਭ ਤੋਂ ਵੱਡੀ ਇਕਾਈ ਹੈ ਜਿਹੜੀ ਉਹ ਭਾਸ਼ਾ ਹੈ ਜੀ। ਠੀਕ ਹੈ, ਵਾਕ ਹੈ। ਵਿਆਕਰਣ ਪੱਧਰ 'ਤੇ ਸਭ ਤੋਂ ਵੱਡੀ ਇਕਾਈ ਵਾਕ ਹੈ, ਯਾਦ ਰੱਖਣਾ ਤੁਸੀਂ। ਠੀਕ ਹੈ, ਅੱਗੇ ਅਗਲਾ ਪ੍ਰਸ਼ਨ, ਵਾਕ ਵਿੱਚ ਜੋ ਕੁਝ ਕਿਹਾ ਜਾਵੇ ਉਸ ਨੂੰ ਕੀ ਆਖਦੇ ਹਨ? ਵਾਕ ਵਿੱਚ ਜੋ ਕੁਝ ਕਿਹਾ ਜਾਵੇ ਉਸ ਨੂੰ ਕੀ ਕਿਹਾ ਜਾਂਦਾ? ਉਦੇਸ਼ ਜਾਂ ਵਿਧੇਯ ਜਾਂ ਕਰਤਾ ਪਲਸ ਕਰਮ ਜਾਂ ਕਰਤਾ ਪਲਸ ਕਿਰਿਆ। ਸੋ ਇਹ ਹੈ ਜਿਹੜਾ ਵਾਕ ਵਿੱਚ ਜੋ ਕੁਝ ਵੀ ਕਿਹਾ ਜਾਂਦਾ ਹੈ ਉਸ ਨੂੰ ਵਿਧੇਯ ਕਿਹਾ ਜਾਂਦਾ ਹੈ। ਉਸ ਨੂੰ ਕੀ ਕਿਹਾ ਜਾਂਦਾ ਹੈ? ਵਿਧੇਯ। ਜਿਸ ਬਾਰੇ ਕੁਝ ਕਿਹਾ ਜਾਂਦਾ ਹੈ, ਜਿਸ ਬਾਰੇ ਕਿਹਾ ਜਾਵੇ ਉਸ ਨੂੰ ਕਿਹਾ ਜਾਂਦਾ ਉਦੇਸ਼, ਅਤੇ ਜੋ ਕੁਝ ਕਿਹਾ ਗਿਆ ਹੋਵੇ ਉਸ ਨੂੰ ਕਿਹਾ ਜਾਂਦਾ ਵਿਧੇਯ। ਠੀਕ ਹੈ, ਉਦੇਸ਼ ਅਤੇ ਵਿਧੇਯ। ਅੱਗੇ ਵਿਧੇਯ ਦਾ ਹਿੱਸਾ ਨਹੀਂ ਹੈ, ਉਦੇਸ਼ ਦਾ ਵੀ ਹਿੱਸਾ ਤੁਸੀਂ ਪੜ੍ਹ ਲੈਣਾ, ਵਿਧੇਯ ਦਾ ਵੀ ਹਿੱਸਾ। ਇਹ ਪੂਰੀ ਸ਼ਾਨਦਾਰ ਕਲਾਸ ਆਪਣੀ ਵਾਕ ਬੋਧ ਦੀ ਹੈਗੀ ਆ, ਉਹ ਤੁਸੀਂ ਪੜ੍ਹ ਲੈਣੀ ਹੈ। ਉਹਦੇ ਵਿੱਚੋਂ ਬਸ ਤੁਹਾਡੇ ਕਨਸੈਪਟ ਕਲੀਅਰ ਕਰ ਲਿਓ ਤੁਸੀਂ। ਆਪਣੇ ਪ੍ਰਸ਼ਨ ਹੈ ਜਿਹੜਾ ਤੁਹਾਡਾ ਉਹਦੇ ਵਿੱਚੋਂ ਆ ਜਾਊਗਾ, ਗਲਤ ਨਹੀਂ ਹੁੰਦਾ ਕੋਈ ਵੀ। ਬਸ ਤੁਹਾਨੂੰ ਉਦੇਸ਼, ਵਿਧੇਯ, ਵਾਕੰਸ਼, ਉਪਵਾਕ ਇਹਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਵਿਧੇਯ ਦਾ ਹਿੱਸਾ ਨਹੀਂ ਹੈ ਕਰਤਾ ਦਾ ਵਿਸਤਾਰ, ਕਰਮ ਦਾ ਵਿਸਤਾਰ, ਕਰਮ ਜਾਂ ਕਿਰਿਆ ਦਾ ਵਿਸਤਾਰ। ਸੋ ਇਹਦੇ ਵਿੱਚ ਕਰਤਾ ਤੇ ਕਰਤਾ ਦਾ ਵਿਸਥਾਰ ਇਹ ਦੋਨੋਂ ਬਾਈ ਉਦੇਸ਼ ਦਾ ਹਿੱਸਾ ਹੈ। ਕਰਤਾ ਦਾ ਵਿਸਥਾਰ ਤੇ ਕਰਤਾ ਇਹ ਦੋਨੇ ਆ ਜਿਹੜੇ, ਕਿਉਂਕਿ ਕਰਤਾ ਉਦੇਸ਼ ਹੁੰਦਾ ਹੈ ਨਾ, ਇਸ ਕਰਕੇ ਕਰਤਾ ਤੇ ਕਰਤਾ ਦਾ ਵਿਸਥਾਰ ਇਹ ਦੋਨੋਂ ਤਾਂ ਉਦੇਸ਼ ਹੈ। ਬਾਕੀ ਸਾਰੇ ਆਹ ਵਿਧੇਯ ਹੈ ਬਾਈ। ਕਰਮ, ਕਰਮ ਦਾ ਵਿਸਥਾਰ, ਕਿਰਿਆ, ਕਿਰਿਆ ਦਾ ਵਿਸਥਾਰ। ਠੀਕ ਹੈ, ਇਸ ਕਰਕੇ ਆਹ ਜਿਹੜਾ ਵਿਧੇਯ ਦਾ ਹਿੱਸਾ ਨਹੀਂ ਹੈ ਬਾਈ, ਇਹ ਉਦੇਸ਼ ਦਾ ਹਿੱਸਾ ਹੈ। ਅਗਲਾ ਪ੍ਰਸ਼ਨ, ਵਾਕੰਸ਼ ਕੀ ਹੈ ਬਾਈ? ਅਰਥਗਤ ਇਕਾਈ ਹੈ, ਸ਼ਬਦ ਇਕਾਈ ਹੈ, ਵਾਕ ਇਕਾਈ ਹੈ ਜਾਂ ਕਾਰਜੀ ਇਕਾਈ ਹੈ? ਵਾਕੰਸ਼, ਵਾਕੰਸ਼ ਤੁਹਾਨੂੰ ਪਤਾ ਹੀ ਹੈ ਵੀ ਕਾਰਜੀ ਇਕਾਈ ਹੈ, ਦੱਸ ਹੀ ਦਿੱਤਾ ਸੀ ਤੁਹਾਨੂੰ, ਉੱਪਰ ਆਇਆ ਸੀ ਪ੍ਰਸ਼ਨ ਹੈ ਨਾ। ਵਾਕੰਸ਼ ਇੱਕ ਕਾਰਜੀ ਇਕਾਈ ਹੈ, ਇਹ ਵੀ ਯਾਦ ਰੱਖਣਾ। ਉਸ ਤੋਂ ਬਾਅਦ ਅਗਲਾ ਪ੍ਰਸ਼ਨ, ਉਹ ਹਰ ਵਕਤ ਪੜ੍ਹਦਾ ਰਹਿੰਦਾ ਹੁੰਦਾ ਸੀ। ਵਾਕ ਵਿੱਚ ਕਿਰਿਆ ਵਾਕੰਸ਼ ਚੁਣੋ। ਹਰ ਵਕਤ ਪੜ੍ਹਦਾ ਰਹਿੰਦਾ ਹੁੰਦਾ ਸੀ ਜਾਂ ਪੜ੍ਹਦਾ ਰਹਿੰਦਾ। ਸੋ ਇਸ ਵਾਕ ਦੇ ਵਿੱਚ ਜਦੋਂ ਕਿਰਿਆ ਵਾਕੰਸ਼ ਚੁਣੋਗੇ ਤੁਸੀਂ ਤਾਂ ਪੜ੍ਹਦਾ ਰਹਿੰਦਾ ਹੁੰਦਾ ਸੀ। ਲਓ ਜੀ, ਆਈ ਕਿਰਿਆ ਵਾਕੰਸ਼, ਪੜ੍ਹਦਾ ਰਹਿੰਦਾ ਹੁੰਦਾ ਸੀ, ਇਹ ਕਿਰਿਆ ਵਾਕੰਸ਼ ਹੈ ਤੁਹਾਡਾ। ਠੀਕ ਹੈ, ਇਸ ਤਰ੍ਹਾਂ ਦਾ ਵੀ ਪ੍ਰਸ਼ਨ ਬਣਨ ਦੇ ਚਾਂਸ ਹੈ। ਵਧੀਆ ਪ੍ਰਸ਼ਨ ਹੈ ਇਹ। ਠੀਕ ਹੈ, ਕਾਰਜ ਦੇ ਆਧਾਰ 'ਤੇ ਵਾਕ ਦਾ ਪ੍ਰਕਾਰ ਨਹੀਂ ਹੈ। ਜਿਵੇਂ ਪਿੱਛੇ ਮੈਂ ਪੁੱਛਿਆ ਸੀਗਾ ਬਣਤਰ ਦੇ ਆਧਾਰ 'ਤੇ ਹੈ ਨਾ, ਹੁਣ ਕਾਰਜ ਦੇ ਆਧਾਰ 'ਤੇ ਆ ਗਿਆ। ਸਧਾਰਨ ਵਾਕ, ਸਰਲ ਵਾਕ, ਬਿਆਨੀਆ ਵਾਕ, ਸਵਾਲੀਆ ਵਾਕ। ਸੋ ਇਹਦੇ ਵਿੱਚ ਜਿਹੜਾ ਸਧਾਰਨ ਵਾਕ ਹੈ ਤੁਹਾਡਾ, ਇਹ ਕਾਰਜ ਦੇ ਆਧਾਰ ਤੇ ਨਹੀਂ ਗਾ ਬਾਈ, ਇਹ ਬਣਤਰ ਦੇ ਆਧਾਰ 'ਤੇ ਹੈ। ਠੀਕ ਹੈ, ਸਧਾਰਨ, ਸੰਯੁਕਤ, ਮਿਸ਼ਰਿਤ, ਇਹ ਤਿੰਨੋਂ ਬਣਤਰ ਦੇ ਆਧਾਰ 'ਤੇ ਹੈ। ਅਤੇ ਬਾਕੀ ਆ ਲਿਖੇ ਆ ਸਰਲ, ਬਿਆਨੀਆ, ਸਵਾਲੀਆ ਹੈ ਨਾ, ਇਹ ਵਾਕ ਹੈ ਜਿਹੜੇ ਇਹ ਤੁਹਾਡੇ ਹੈਗੇ ਆ ਕਾਰਜ ਦੇ ਆਧਾਰ 'ਤੇ। ਇਹ ਵੀ ਤੁਸੀਂ ਯਾਦ ਰੱਖਣੇ ਆ, ਮੇਰੀ ਬੁੱਕ ਦੇ ਵਿੱਚ ਬਹੁਤ ਵਧੀਆ ਦਿੱਤੇ ਹੋਏ ਆ, ਤੁਹਾਨੂੰ ਕਿਤੇ ਪੜ੍ਹਨ ਦੀ ਲੋੜ ਨਹੀਂ। ਅਗਲਾ ਪ੍ਰਸ਼ਨ ਹੈ, ਕਿੰਨੀਆਂ ਸ਼ਬਦ ਸ਼੍ਰੇਣੀਆਂ ਵਾਕੰਸ਼ ਦੀ ਭੂਮਿਕਾ ਨਿਭਾਉਂਦੀਆਂ ਹਨ? ਇਹ ਤੁਸੀਂ ਯਾਦ ਰੱਖਣੀਆਂ। ਹੁਣ ਮੈਂ ਤੁਹਾਨੂੰ ਸਿਰਫ ਦੱਸਦਾ, ਤੁਹਾਡਾ ਇਹ ਫਰਜ਼ ਹੈ, ਰਿਸਪੌਂਸਿਬਿਲਿਟੀ ਹੈ ਵੀ ਤੁਸੀਂ ਦੇਖਣਾ ਵੀ ਕਿੰਨੀਆਂ ਸ਼ਬਦ ਸ਼੍ਰੇਣੀਆਂ ਜਿਹੜੀਆਂ ਵਾਕੰਸ਼ ਦੀ ਭੂਮਿਕਾ ਨਿਭਾਉਂਦੀਆਂ। ਇਹਦੇ ਵਿੱਚੋਂ 8, 6, 2, 4 ਤੁਹਾਨੂੰ ਪਤਾ ਹੀ ਹੈ। ਸ਼ਬਦ ਸ਼੍ਰੇਣੀਆਂ ਕੁੱਲ ਹੈਗੀਆਂ 8 ਅਤੇ ਉਹਦੇ ਵਿੱਚੋਂ ਬਈ ਜਿਹੜਾ ਤੁਹਾਡਾ 15 ਨੰਬਰ ਪ੍ਰਸ਼ਨ ਹੈ ਉਹਦੇ ਵਿੱਚੋਂ 4 ਹੀ ਸ਼੍ਰੇਣੀਆਂ ਹੈ ਜਿਹੜੀਆਂ ਵਾਕੰਸ਼ ਦੀ ਭੂਮਿਕਾ ਨਿਭਾਉਂਦੀਆਂ ਹਨ। ਠੀਕ ਹੈ ਬਈ, ਨਾਮ ਵਾਕੰਸ਼, ਕਿਰਿਆ ਵਾਕੰਸ਼, ਵਿਸ਼ੇਸ਼ਣੀ ਵਾਕੰਸ਼ ਅਤੇ ਕਿਰਿਆ ਵਿਸ਼ੇਸ਼ਣੀ ਵਾਕੰਸ਼, ਬਸ 4 ਹੀ ਬਣਦੀਆਂ, ਉਸ ਤੋਂ ਬਾਅਦ ਨਹੀਂ, ਹੋਰ ਨਹੀਂ ਕੋਈ ਬਣਦੀ। ਇਕੱਲਾ ਵਿਧੇਯ ਕਿਸ ਦਾ ਨਿਰਮਾਣ ਕਰਦਾ ਹੈ? ਵਾਕ ਦਾ, ਸ਼ਬਦਾਂਸ਼ ਦਾ, ਵਾਕਾਂਸ਼ ਦਾ ਜਾਂ ਭਾਵਾਂਸ਼ ਦਾ? ਇਕੱਲਾ ਵਿਧੇਯ, ਇਕੱਲਾ ਵਿਧੇਯ। ਦੇਖੋ ਗੱਲ ਐਵੇਂ ਹੈ ਵੀ ਉਦੇਸ਼ ਅਤੇ ਵਿਧੇਯ ਦੋਨੋਂ ਹੋਣੇ ਚਾਹੀਦੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਇੱਕ ਵਾਕ ਦੇ ਵਿੱਚ ਇੱਕ ਕਰਤਾ ਅਤੇ ਕਿਰਿਆ ਦੋਨਾਂ ਦਾ ਹੋਣਾ ਬਹੁਤ ਲਾਜ਼ਮੀ ਹੈ। ਮਤਲਬ ਕਰਤਾ ਉਦੇਸ਼ ਹੋ ਜਾਊਗਾ, ਕਿਰਿਆ ਵਿਧੇਯ 'ਚ ਆ ਜਾਊਗੀ। ਇੱਕ ਉਦੇਸ਼ ਅਤੇ ਇੱਕ ਵਿਧੇਯ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਦਾ ਮਤਲਬ ਇਹ ਆ ਵੀ ਇਕੱਲਾ ਵਿਧੇਯ ਹੈ ਜਿਹੜਾ ਉਹ ਵਾਕ ਦਾ ਨਿਰਮਾਣ ਤਾਂ ਕਰ ਹੀ ਨਹੀਂ ਸਕਦਾ। ਇਹ ਨੰਬਰ ਆਪਸ਼ਨ ਤਾਂ ਤੁਹਾਡਾ ਕੱਟ ਗਿਆ। ਠੀਕ ਹੈ, ਸ਼ਬਦਾਂਸ਼ ਮਤਲਬ ਕੋਈ ਸ਼ਬਦ ਦਾ ਅੰਸ਼, ਵਾਕੰਸ਼ ਜਾਂ ਭਾਵੰਸ਼। ਇਕੱਲਾ ਵਿਧੇਯ ਹੈ ਜਿਹੜਾ ਉਹ ਵਾਕੰਸ਼ ਦਾ ਨਿਰਮਾਣ ਕਰਦਾ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਬੜਾ ਵਧੀਆ ਪ੍ਰਸ਼ਨ ਹੈ ਇਹ। ਇਕੱਲਾ ਵਿਧੇਯ ਹੈ ਜਿਹੜਾ ਉਹ ਬਈ ਵਾਕੰਸ਼ ਦਾ ਨਿਰਮਾਣ ਕਰਦਾ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ, ਸਾਵੀ ਬਣਤਰ ਵਾਲਾ ਵਾਕ ਹੈ।
ਸੰਯੁਕਤ ਵਾਕ, ਮਿਸ਼ਰਿਤ ਵਾਕ ਹੈ, ਜਾਂ ਦੋਨੋਂ ਹੀ ਸਾਵੀ ਬਣਤਰ ਵਾਲੇ ਹੈ, ਜਾਂ ਦੋਹਾਂ ਵਿੱਚੋਂ ਕੋਈ ਨਹੀਂ। ਸਾਵੀ ਦਾ ਮਤਲਬ ਹੁੰਦਾ ਜਿਵੇਂ ਸਮਤੋਲ ਹੋਵੇ, ਬਰਾਬਰ ਹੋਵੇ, ਇੱਕ ਸਮਾਨ ਜਿਹਨੂੰ ਕਹਿ ਦਿੰਦੇ ਆ ਉਹਨੂੰ ਕਿਹਾ ਜਾਂਦਾ ਸਾਵੀ। ਬਸ ਆ ਸ਼ਬਦਾਵਲੀ ਵਾਸਤੇ ਕਾਰਨ ਹੀ ਮੈਂ ਪ੍ਰਸ਼ਨ ਪਾਇਆ ਹੈ ਵੀ ਤੁਹਾਨੂੰ ਸਾਵੀ ਦਾ ਪਤਾ ਲੱਗੇ। ਸਾਵੀ ਬਣਤਰ ਤਾਂ ਬਨਾਵਟ ਹੁੰਦੀ ਹੈ, ਸਾਵੀ ਦਾ ਮਤਲਬ ਹੁੰਦਾ ਇੱਕ ਸਮਾਨ ਜਿਹੜੀ ਹੋਵੇ, ਇੱਕ ਸਮਾਨ ਜਿਹਨੂੰ ਤੁਸੀਂ ਬਰਾਬਰ ਵੀ ਕਹਿ ਦਿੰਦੇ ਆ, ਮਤਲਬ ਇਸ ਸਮਾਨ ਤੋਲ ਵਾਲੀ। ਸਮਾਨ ਤੋਲ ਤੁਹਾਨੂੰ ਪਤਾ ਹੀ ਹੈ ਸੰਯੁਕਤ ਵਾਕ ਹੈ ਜਿਹੜਾ ਹੈ ਨਾ, ਇਹ ਮਤਲਬ ਕਿ ਦੋ ਸਮਾਨ ਜਾਂ ਦੋ ਬਰਾਬਰ ਦੇ, ਇੱਕ ਬਰਾਬਰ ਦਾ ਅਧਿਕਾਰ ਰੱਖਣ ਵਾਲੇ ਵਾਕ ਜਾਂ ਉਪਵਾਕਾਂ ਦੀ ਮਦਦ ਨਾਲ ਬਣਦਾ ਹੈ ਨਾ। ਅਤੇ ਮਿਸ਼ਰਿਤ ਵਾਕ ਦੇ ਵਿੱਚ ਇੱਕ ਸੁਤੰਤਰ ਸਮਾਨ ਹੁੰਦਾ, ਇੱਕ ਅਧੀਨ ਹੁੰਦਾ। ਇਸ ਕਰਕੇ ਮਿਸ਼ਰਿਤ ਵਾਕ ਹੈ ਜਿਹੜਾ ਉਹ ਸਾਵੀ ਬਣਤਰ ਵਾਲਾ ਨਹੀਂ ਗਾ, ਸੰਯੁਕਤ ਵਾਕ ਹੈ ਜਿਹੜਾ ਉਹ ਤੁਹਾਡਾ ਸਾਵੀ ਬਣਤਰ ਵਾਲਾ, ਯਾਦ ਰੱਖਣਾ। ਉਸ ਤੋਂ ਬਾਅਦ ਅਗਲਾ ਪ੍ਰਸ਼ਨ, ਵਾਕ ਦਾ ਰਚਨਾਤਮਕ ਅੰਗ ਕੀ ਹੈ ਬਾਈ? ਵਾਕੰਸ਼ ਹੈ, ਉਪਵਾਕ ਹੈ, ਦੋਨੋਂ ਹੈ, ਜਾਂ ਦੋਹਾਂ ਦੇ ਵਿੱਚੋਂ ਕੋਈ ਨਹੀਂ। ਵਾਕ ਦਾ ਰਚਨਾਤਮਕ ਅੰਗ ਕਿਹੜਾ ਹੈ ਇਹਦੇ ਵਿੱਚੋਂ? ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ ਉਪਵਾਕ ਦੀ ਥਿਊਰੀ ਪੜ੍ਹੋਗੇ ਉਹਦੇ ਵਿੱਚ ਲਿਖਿਆ ਹੋਇਆ ਵੀ ਉਪਵਾਕ ਹੈ ਜਿਹੜਾ ਉਸ ਨੂੰ ਵਾਕ ਦਾ ਰਚਨਾਤਮਕ ਅੰਗ ਕਿਹਾ ਜਾਂਦਾ। ਧਿਆਨ ਰੱਖਿਓ, ਵਾਕੰਸ਼ ਨਾ ਕਰ ਦਿਓ, ਕੋਈ ਸ਼ਬਦ ਨਾ ਕਰ ਦਿਓ, ਕੋਈ ਭਾਵੰਸ਼ ਨਾ ਕਰ ਰਹੇ ਹੋ। ਉਪਵਾਕ ਹੈ ਜਿਹੜਾ ਉਹ ਵਾਕ ਦਾ ਰਚਨਾਤਮਕ ਅੰਗ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਅਗਲਾ ਪ੍ਰਸ਼ਨ, ਉਦੇਸ਼ ਕੀ ਹੈ ਬਾਈ? ਕਿਰਿਆ ਵਾਕੰਸ਼, ਵਿਸ਼ੇਸ਼ਣੀ ਵਾਕੰਸ਼, ਨਾਮ ਵਾਕੰਸ਼ ਜਾਂ ਪੜਨਾਮ ਵਾਕੰਸ਼? ਉਦੇਸ਼ ਕੀ ਹੈ? ਉਦੇਸ਼ ਹੈ ਜਿਹੜਾ, ਧਿਆਨ 'ਚ ਰੱਖਣਾ ਵੀ ਉਦੇਸ਼ ਵੈਸੇ ਤਾਂ ਨਾਮ ਵੀ ਹੋ ਸਕਦਾ ਹੈ, ਪੜਨਾਮ ਵੀ ਹੋ ਸਕਦਾ ਹੈ ਨਾ, ਪਰ ਪੜਨਾਮ ਵਾਕੰਸ਼ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਕਿਉਂਕਿ ਵਾਕੰਸ਼ ਦੀ ਭੂਮਿਕਾ ਸਿਰਫ ਚਾਰ ਹੀ ਨਿਭਾਉਂਦੇ ਆ, ਨਾਮ, ਕਿਰਿਆ ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ। ਪੜਨਾਮ ਤਾਂ ਨਾਮ ਆਉਂਦਾ ਹੀ ਨਹੀਂਗਾ। ਇਸ ਕਰਕੇ ਵੈਸੇ ਤਾਂ ਉਦੇਸ਼ ਕੀ ਹੈ? ਉਦੇਸ਼ ਨਾਮ ਵੀ ਹੁੰਦਾ ਹੈ, ਪੜਨਾਮ ਵੀ ਹੋ ਸਕਦਾ ਹੈ ਉਦੇਸ਼ ਤਾਂ, ਕਿਉਂਕਿ ਕਰਤਾ ਹੈ ਜਿਹੜਾ ਕਿਸੇ ਵਾਕ ਦੇ ਵਿੱਚ ਨਾਮ ਤਾਂ ਹੋ ਸਕਦਾ ਹੈ, ਪੜਨਾਮ ਵੀ ਹੋ ਸਕਦਾ ਹੈ ਨਾ। ਇੱਥੇ ਜਿਹੜਾ ਮੈਂ ਪ੍ਰਸ਼ਨ ਪਾਇਆ, ਅਗਰ ਮੰਨ ਲਓ ਪ੍ਰਸ਼ਨ ਆ ਜੇ ਵੀ ਉਦੇਸ਼ ਹੈ, ਨਾਮ ਪੜਨਾਮ ਦੋਨੋਂ ਦਿੱਤੇ ਹੋਣ ਤਾਂ ਦੋਨੋਂ ਸਹੀ ਮੰਨੇ ਜਾਣਗੇ, ਚਾਹੇ ਅੱਡ ਅੱਡ ਆਪਸ਼ਨਾਂ 'ਚ ਦਿੱਤੇ ਆ, ਕਿਉਂਕਿ ਉਦੇਸ਼ ਨਾਮ ਵੀ ਹੋ ਸਕਦਾ ਹੈ, ਪੜਨਾਮ ਵੀ ਹੋ ਸਕਦਾ ਹੈ। ਕੋਈ ਵਾਕ ਨਾਮ ਤੋਂ ਵੀ ਸ਼ੁਰੂ ਹੋ ਸਕਦਾ ਹੈ ਅਤੇ ਪੜਨਾਮ ਤੋਂ ਵੀ ਸ਼ੁਰੂ ਹੋ ਸਕਦਾ ਹੈ। ਠੀਕ ਹੈ ਬਾਈ। ਤਾਂ ਪਰ ਹੁਣ ਕੀ, ਹੁਣ ਜਿਵੇਂ ਕਹਾਂ ਵੀ ਸਿਮਰਨਜੀਤ ਸਰ ਪੜ੍ਹਾ ਰਹੇ ਹਨ ਤਾਂ ਇਹਦੇ ਵਿੱਚ ਸਿਮਰਨਜੀਤ ਹੈ ਜਿਹੜਾ ਇਹ ਤੁਹਾਡਾ ਉਦੇਸ਼ ਹੈ, ਇਹ ਕਰਤਾ, ਇਹ ਨਾਮ ਹੈ ਨਾ। ਅਗਰ ਮੈਂ ਕਹਾਂ ਵੀ ਮੈਂ ਪੜ੍ਹਾ ਰਿਹਾ ਹਾਂ ਤਾਂ ਇਹਦੇ ਵਿੱਚ ਮੈਂ ਸ਼ਬਦ ਹੈ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਪੜਨਾਮ ਹੈ। ਇਸ ਕਰਕੇ ਕੀ ਹੈ, ਇਹ ਨਾਮ ਅਤੇ ਪੜਨਾਮ ਦੋਨੋਂ ਹੀ ਹੋ ਸਕਦੇ ਆ ਉਦੇਸ਼, ਪਰ ਇਹਦੇ ਵਿੱਚ ਕਿਰਿਆ ਵਾਕੰਸ਼, ਵਿਸ਼ੇਸ਼ਣੀ ਵਾਕੰਸ਼ ਇਹ ਤਾਂ ਉਦੇਸ਼ ਹੁੰਦੇ ਨੇ, ਤਾਂ ਵਧੇਅ ਹੈ। ਪੜਨਾਮ ਵਾਕੰਸ਼ ਤਾਂ ਹੁੰਦੀ ਨਹੀਂ, ਕੋਈ ਚੀਜ਼ ਹੀ ਨਹੀਂ ਹੁੰਦੀ, ਇਸ ਕਰਕੇ ਤਾਂ ਕੱਟ ਹੀ ਗਿਆ। ਨਾਮ ਵਾਕੰਸ਼ ਹੈ ਬਾਈ ਉਦੇਸ਼। ਠੀਕ ਹੈ, ਇਹ ਪ੍ਰਸ਼ਨ ਧਿਆਨ 'ਚ ਰੱਖਣਾ ਬਾਈ, ਬੜਾ ਇੰਪੋਰਟੈਂਟ ਪ੍ਰਸ਼ਨ ਹੈ। 19 ਪ੍ਰਸ਼ਨ ਆਪਣੇ ਕਲੀਅਰ ਹੋ ਗਿਆ। ਉਸ ਤੋਂ ਬਾਅਦ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। 20ਵਾਂ ਪ੍ਰਸ਼ਨ ਕਿੱਧਰ ਗਿਆ? ਆ ਰਿਹਾ, ਚੰਗੇ ਲੋਕ ਬਹੁਤ ਘੱਟ ਹੁੰਦੇ ਹਨ। ਵਾਕ ਵਿੱਚ ਚੰਗੇ ਕੀ ਹੈ ਬਾਈ? ਕਰਤਾ, ਕਰਮ ਦਾ ਵਿਸਥਾਰ ਜਾਂ ਕਰਤਾ ਦਾ ਵਿਸਥਾਰ। ਸੋ ਇਹਦੇ ਵਿੱਚ ਚੰਗੇ ਲੋਕ ਬਹੁਤ ਘੱਟ ਹੁੰਦੇ ਹਨ। ਕੀ ਆ ਬਾਈ ਇਹਦੇ ਵਿੱਚ? ਇਹ ਚੰਗੇ ਲੋਕ ਬਹੁਤ ਘੱਟ ਹੁੰਦੇ ਹਨ। ਜਿਵੇਂ ਇਹਦੇ ਵਿੱਚ ਚੰਗੇ ਕੀ ਹੈ? ਇਹਦੇ ਵਿੱਚ ਮੈਂ ਚੰਗੇ ਪੁੱਛਿਆ ਵੀ ਚੰਗੇ ਸ਼ਬਦ ਹੈ ਕੀ ਹੈ, ਵੀ ਚੰਗੇ ਕੀ ਹੈ, ਵੀ ਕਰਤਾ ਹੈ ਜਾਂ ਕਰਮ ਹੈ, ਕਰਮ ਦਾ ਵਿਸਥਾਰ ਹੈ ਜਾਂ ਕਰਤਾ ਦਾ ਵਿਸਥਾਰ। ਅਸਲ ਦੇ ਵਿੱਚ ਕਰਤਾ ਤਾਂ ਲੋਕ ਹੈ, ਲੋਕ ਹੈ ਜਿਹੜਾ ਸ਼ਬਦ ਇਹ ਕਰਤਾ ਹੈ। ਚੰਗੇ ਲੋਕ ਮਤਲਬ ਕਰਤਾ ਦਾ ਵਿਸਥਾਰ ਹੈ। ਹਾਂ ਠੀਕ ਹੈ, ਇਸ ਕਰਕੇ ਚੰਗੇ ਸ਼ਬਦ ਹੈ ਜਿਹੜਾ ਇਹ ਕਰਤਾ ਦਾ ਵਿਸਥਾਰ ਹੈ। ਕਰਮ ਦਾ ਵਿਸਥਾਰ ਇਹ ਤਾਂ ਹੈ ਹੀ ਨਹੀਂ ਇਹਦੇ ਵਿੱਚ। ਠੀਕ ਹੈ ਬਾਈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਵਾਕ ਵਿੱਚ ਸ਼ਬਦ ਭੇਦਾਂ ਦੀ ਪਛਾਣ ਨੂੰ ਕੀ ਕਿਹਾ ਜਾਂਦਾ ਹੈ? ਵਾਕ ਵਿੱਚ ਸ਼ਬਦ ਭੇਦਾਂ ਦੀ ਪਛਾਣ ਨੂੰ ਕੀ ਕਿਹਾ ਜਾਂਦਾ? ਸ਼ਬਦ ਵੰਡ, ਪਦ ਵੰਡ, ਵਾਕ ਵੰਡ ਜਾਂ ਵਾਕੰਸ਼ ਵੰਡ। ਸੋ ਇਹ ਕਿਹਾ ਜਾਂਦਾ ਜੀ ਪਦ ਵੰਡ। ਇਹਦੀ ਪਦ ਵੰਡ ਦੀ ਪਰਿਭਾਸ਼ਾ ਤੁਸੀਂ ਯਾਦ ਰੱਖਣੀ ਹੈ। ਤੁਹਾਡੇ 'ਚੋਂ ਬਹੁਤ ਸਾਰੇ ਕਹਿਣਗੇ ਸਰ ਜੀ ਸਾਨੂੰ ਪਦ ਵੰਡ ਕਰਾਓ। ਦੇਖੋ ਐਵੇਂ ਆ ਵਿਦਿਆਰਥੀਓ, ਪਦ ਵੰਡ ਬਿਲਕੁਲ ਉਹੀ ਚੀਜ਼ ਹੈ, ਉਵੇਂ ਹੀ ਹੈ ਜਿਵੇਂ ਤੁਸੀਂ ਇੱਕ ਵਾਕ ਦੇ ਵਿੱਚੋਂ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ, ਵਿਸਮਿਕ, ਕੋਈ ਤੁਸੀਂ ਆਪਣੇ ਜਿਹੜਾ ਹੁੰਦਾ ਕੋਈ ਯੋਜਕ, ਕੋਈ ਕੁਛ ਉਹਨੂੰ ਪਛਾਣਨਾ ਹੋਵੇ ਵਾਕ ਦੇ ਵਿੱਚ ਕਿਹੜਾ, ਉਸ ਨੂੰ ਕਿਹਾ ਜਾਂਦਾ ਪਦ ਵੰਡ। ਬਸ ਇੰਨੀ ਗੱਲ ਹੀ ਹੈ। ਹੁਣ ਉਹਦਾ ਕੋਈ ਅੱਡ ਥੋੜ੍ਹਾ, ਤੁਸੀਂ ਨਾਮ ਪੜਨਾਮ ਕਿੰਨਾ ਪੜ੍ਹ ਰੱਖੇ ਹੈ, ਇਸ ਕਰਕੇ ਤੁਹਾਡਾ ਪ੍ਰਸ਼ਨ ਪਦ ਵੰਡ ਵਾਲਾ ਕੋਈ ਵੀ ਆ ਜਾਏ ਗਲਤ ਨਹੀਂ ਹੋਊਗਾ। ਪ੍ਰਸ਼ਨ ਪੁੱਛਣ ਦਾ ਇਹੀ ਤਰੀਕਾ ਰਹੂਗਾ। ਪਦ ਵੰਡ ਦੀ ਪਰਿਭਾਸ਼ਾ ਜ਼ਰੂਰ ਯਾਦ ਰੱਖਿਓ ਵੀ ਵਾਕ ਵਿੱਚ ਸ਼ਬਦ ਭੇਦਾਂ ਦੀ ਪਛਾਣ ਨੂੰ, ਕੋਈ ਵਾਕ ਦਿੱਤਾ ਹੋਵੇ ਉਹਦੇ ਵਿੱਚ ਕਿਹੜਾ ਸ਼ਬਦ ਭੇਦ ਆ ਉਹਨੂੰ ਕਿਹਦੇ 'ਚ ਰੱਖਿਆ ਜਾਂਦਾ ਹੈ ਨਾ। ਨਾਮ ਹੈ ਜਿਹੜਾ, ਲਓ ਜੀ ਜਿਵੇਂ ਕੋਈ ਨਾਮ ਆ ਗਿਆ ਜਿਵੇਂ ਰਾਮ ਹੈ ਨਾ, ਤਾਂ ਇਹ ਕੀ ਹੈ ਜੀ? ਇਹ ਹੈਗਾ ਜੀ ਸਾਡਾ
ਆਪਣੇ ਵਾਕ ਦੇ ਵਿੱਚ ਕਰਤਾ ਹੈ ਜੀ, ਠੀਕ ਹੈ, ਹੋ गई गल है ना। ये किहड़ा करता जी, ये तुसी कहोगे जी पुलिंग है जी, है ना, पुलिंग है जी। तो तुसी फिर अगे की कहोगे, नाल की है जी, राम एक वचन है जी, है ना, एक वचन है जी, है ना। हाँ आ देखो इस तरह करके चीज़ां जिहड़ियां नॉलेज है, बस होर कुछ नहीं, सब तुहानूं पता है इन्हां गल्लां दा, कोई दिक्कत नहीं। बस अपने दिमाग नूं थोड़ा जिहा ब्रॉड रखियो, थोड़ा वधिया ढंग नाल पॉजिटिव रहियो, बस जिहड़ी गल है। अगला प्रश्न 22 नंबर प्रश्न, केवल एक क्रिया वाक्यांश नाल संबंधित वाक है, सधारण वाक, संयुक्त वाक, मिश्रित वाक ਜਾਂ ਤਿੰਨੋਂ सही हैं। मैं तुहानूं दस चुकिया भी एक सधारण वाक हुंदा जिहदे विच केवल एक वाक, एक करता वाकंश जिहड़ा हुंदा, सॉरी नाम वाकंश होऊगा, ते उहदे विच एक ही क्रिया वाकंश होऊगी। जदों एक केवल एक क्रिया वाकंश जदों ही एक तो वध हो गईयां, ਉਹ ਜਾਂ ਤਾਂ संयुक्त वाक हो जाऊगा ਜਾਂ मिश्रित वाक हो जाऊगा। सधारण वाक है बई जिहदे विच केवल एक क्रिया वाकंश होंदी है, ठीक है, ये भी तुसी याद रखना। उस तो बाद अगला प्रश्न लो जी, गुरबख्श सिंह प्रीत लड़ी का कहानी संग्रह नहीं है, शबनम, वीणा विनोद, प्रीत कहानियाँ ਜਾਂ ਅੱਧੀ ਵਾਟ। ਅੱਧੀ ਵਾਟ नहीं है, मैनूं लगता है जिवें, क्योंकि मैं पढ़िया होया है, शबनम, वीणा विनोद, प्रीत कहानियाँ, भाभी मैना, है ना, ये सारे जिहड़े गुरबख्श सिंह प्रीत लड़ी जिहदा एक फलसफा है, प्यार कब्जा नहीं पहचान है, गुरबख्श सिंह प्रीत लड़ी, है ना। ये भी तुसी याद रखनी है भाई, इन्हां दी कहानी है जिहड़ी दित्ती, अगे आ जाऊगा, कोई गल नहीं, अगे सारियां गल्लां आ जाणगियां। हाँ हुण ये तुसी याद रखना है, ते जिहड़े मतलब जिहड़ा लेखक दा कोई पाठ दिता है शुरू दे विच जीवन ते रचना बारे दिता है, वो भी तुसी याद रखना है। ते ये जिहड़ा अद्धी वाट है, जिहड़ा ये तुसी देख लियो भी हुण ये गुरबख्श सिंह प्रीत लड़ी का कहानी संग्रह नहीं गा, ये अद्धी वाट, ये भी तुसी याद रखना। इस तरह के प्रश्न बन सकते हैं। अगला प्रश्न देखो, जानशीन का अर्थ है राजकुमार, जान तो प्यारा, उत्तराधिकारी ਜਾਂ प्रेमी। जानशीन ये तो ये देखो जी, ये जिहड़ी हैगी आ बहुतापन की कहानी है जिहड़ी, उहदे विचों लिया गया शब्द है जानशीन। जदों मेजर साहब कहते हैं कि उत्थे मेरा जानशीन बैठा होया है ना, बहुतापन का जिहड़ा मुख पात्र है जिहड़ा, वो मेजर साहब है। मेजर साहब जो अमृतसर तो लुधियाने में आ रही ट्रेन में सफ़र कर रहे हैं, वो अपने सुभाਅ के कारण सारिया सवारियों का दिल जित लेंदे है ना। तो वो जिहड़ा जिवें जिवें मैं तुहानूं दस्सिया, जिवें जिन्हां स्टूडेंटां ने कोर्स लै रखिया उन्होंने तो मैं सारी गल दसी हुई है भी भाई इस तरह का कोई प्रश्न इस तरह का तुसीं ध्यान च रखना पूरा, है ना। जानशीन शब्द आया, जानशीन उत्तराधिकारी नूं कहा जाता है भी मेजर साहब अपने वो समान जिथे उन्हों का पिया हुंदा, निक सुख समान, जिन्हों वो पे मरिया का डब्बा कहते हैं भी उन्हों का प्यो मर गया, मतलब पे दुआबे की भाषा में प्यो नूं पे कहा जाता है, तो ये उत्तराधिकारी है भाई। जानशीन का मतलब उत्तराधिकारी हुंदा है, भी तुसीं याद रखना। बहुतापन की कहानी है जिहड़ी, बहुतापंती का मतलब हुंदा है पुज्या होया मुसाफर, पहुँचा होया, बड़ी पहुँची हुई चीज़ है। वो मैं कई बार कहना हुंदा भी अपने कह देंगे है भी फलाना बंदा बड़ा पहुँचा होया, है ना। अंग्रेजी कह देंगे ही इज़ ए टैलेंटेड गाय, ये तो अंग्रेजी कह देंगे, है ना, भी मतलब बहुत टैलेंट है जी, वो एक्सट्रा ऑर्डीनरी है जी, वो है ना। अपने देसी भाषा कहेंगे फलाना बड़ी कुत्ती चीज़ है ना, वही हिसाब है। उन्होंने कहा जाता बहुता पांधी, पांधी मतलब अपने रस्ते ते चलण वाला, रस्ते ते जाण वाला, राहगीर जिन्हों आप कह दें, मुसाफर जिन्हों आप कह दें। सो ये बहुता मतलब पुज्या होया, पहुँचा होया, बड़ी पहुँची हुई शख्सियत। सो पुज्या होया, पहुँचा होया मुसाफर। अगला प्रश्न, बहुतापन की कहानी का नायक कौन है भाई? मेजर साहब है, करनल साहब है, लाट साहब है, या फौजी साहब है? ये है जी बहुतापन की कहानी का नायक है जिहड़ा जी एक मेजर साहब है, ठीक है, ये भी तुहानूं पता ही है। हाँ अगला प्रश्न देखो कितना खतरनाक बनाया मैं, जग्गर का कतल किस हथियार नाल हुंदा है? लो भी नाल ही गल सुन लो, अपनी जिहड़ी बुक है मैं जिवें तुहानूं दस्सिया सीगा भी उहदे विच कहानी वाला जिहड़ा पोर्शन है वो बई मेरे तो किसी कारणवश विसर गया सीगा। वो जिहड़े पेज है जिहड़े पता नहीं किवें मतलब वो मिस हो गए उहदे विचों, जदों एडिटिंग वगैरह हुई उस तो बाद वो मिस हो गए। तो जदों किताब छप के फिर मैनूं पता लग्या भी कहानी वाला पोर्शन है नहीं। वो मैं टैलीग्राम चैनल दोनों ते पा दिता है, पंजाबी विद सिमरनजीत सर वो जो टैलीग्राम चैनल है उहदे ते भी पा दिता है, संतवीर सर टैलीग्राम चैनल ते भी पा दिता है। ऐप जिहड़ी हैगी स्टूडेंट जिहड़े ऐप यूज़ कर रहे हैं SS एजुकेशन उहदे विच भी पा दिता है, ठीक है भाई। उन्हें उत्थों तुसीं प्राप्त कर सकते हो। ऐसा जिहड़ा मेरे वाला मतलब हैगा टैलीग्राम वाला चैनल पंजाबी विद सिमरनजीत सर उहदे विच भी तुसीं देख सकते हो, उत्थे भी मैं पाता है, इहदी PDF पाती है। तो एक मेला भी रह गया सी,
ਇੱਕ ਮੇਲਾ ਜਿਹੜਾ ਉਹ ਰੱਬ ਤੁਹਾਡਾ ਭਲਾ ਕਰੇ, ਜਿਹੜਾ ਮੇਲਾ ਸੀ ਆਪਣਾ ਮਾਘੀ ਦਾ ਮੇਲਾ ਹੈ ਨਾ, ਉਹਦਾ ਵੀ ਪੋਰਸ਼ਨ ਜਾਂ ਵਿਸਰ ਗਿਆ ਸੀਗਾ, ਉਹਦੀ ਵੀ ਨਾਲ ਹੀ ਪਾਤੀ ਆ ਉਹ ਵਿੱਚ ਹੀ PDF, ਉਹ ਵੀ ਨਾ ਇਕੱਠੀ ਪਾਈ ਹੈ, ਉਹ ਵੀ ਤੁਸੀਂ ਦੇਖ ਲੈਣੀ ਹੈ। ਠੀਕ ਹੈ। ਜੱਗਰ ਦਾ ਕਤਲ ਕਿਸ ਹਥਿਆਰ ਦੇ ਨਾਲ ਹੁੰਦਾ? ਜਿਹੜੀ ਖੂਨ ਕਹਾਣੀ ਹੈ ਜਿਹੜੀ, ਉਹਦੇ ਵਿੱਚ ਜੱਗਰ ਦਾ ਨਾਮ ਆਉਂਦਾ ਹੈ ਨਾ। ਜੱਗਰ ਦਾ ਕਤਲ ਤਲਵਾਰ ਨਾਲ ਹੁੰਦਾ, ਬਰਛੇ ਨਾਲ, ਬੰਦੂਕ ਨਾਲ ਜਾਂ ਕੰਡਾਸੇ ਨਾਲ। ਬੰਦੂਕ ਨਹੀਂ, ਬੰਦੂਕ। ਠੀਕ ਹੈ ਬਾਈ। ਅਗਰ ਤੁਸੀਂ ਧਿਆਨ ਨਾਲ ਪੜ੍ਹੋ ਖੂਨ ਕਹਾਣੀ, ਉਹਦੇ ਵਿੱਚ ਕੀ ਹੈ, ਖੂਨ ਕਹਾਣੀ ਦੇ ਵਿੱਚ 3 ਹਥਿਆਰਾਂ ਦਾ ਜ਼ਿਕਰ ਆਉਂਦਾ, ਤਲਵਾਰ ਦਾ ਵੀ ਆਉਂਦਾ, ਗੰਡਾਸੀ ਦਾ ਵੀ ਆਉਂਦਾ, ਅਤੇ ਜ਼ਿਕਰ ਆਉਂਦਾ ਬਰਛੇ ਦਾ ਵੀ ਹੈ। ਜਦੋਂ ਤੁਸੀਂ ਧਿਆਨ ਨਾਲ ਪੜ੍ਹੋਗੇ, ਮਤਲਬ ਕੀ ਹੈ, ਜਿਹੜਾ ਉਹ ਆਪਣੇ ਜੱਗਰ ਦਾ ਜਿਹੜਾ ਭਰਾ ਹੈ, ਉਹ ਤਲਵਾਰ ਲੈ ਕੇ ਮਤਲਬ ਆਪਣੇ ਭਤੀਜੇ ਨੂੰ ਮਾਰਨ ਜਾਂਦਾ, ਤਲਵਾਰ ਲੈ ਕੇ ਹੈ ਨਾ, ਜੱਗਰ ਦੇ ਮੁੰਡੇ ਨੂੰ, ਆਪਣੇ ਮਤਲਬ ਭਤੀਜੇ ਨੂੰ। ਅਤੇ ਸੌਣਪੁਰੇ ਪਿੰਡ ਜਦੋਂ ਜਾਂਦਾ ਹੈ ਨਾ, ਹਾਂ, ਬਰਛੇ ਦੀ ਵੀ ਮਤਲਬ ਬਰਛਾ ਅਤੇ ਗੰਡਾਸਾ ਇਹ ਦੋਨਾਂ ਦਾ ਇਸਤੇਮਾਲ ਵੀ ਹੁੰਦਾ ਜੱਗਰ ਨੂੰ ਮਾਰਨ ਵਾਸਤੇ। ਗੰਡਾਸੀ ਹੈ ਜਿਹੜੀ ਉਹਦੇ ਲੱਤ 'ਤੇ ਮਾਰੀ ਜਾਂਦੀ ਹੈ ਨਾ, ਗੰਡਾਸੀ ਨਾਲ ਮਰਦਾ ਨਹੀਂ ਗਾ ਉਹ, ਅਤੇ ਉਹਦਾ ਕਤਲ ਹੁੰਦਾ ਜਿਹੜਾ ਉਹ ਬਰਛਾ ਉਹਦੀ ਵੱਖੀ ਦੇ ਵਿੱਚ ਮਾਰ ਦਿੱਤਾ ਜਾਂਦਾ। ਮੱਖੀ 'ਚ ਨਹੀਂ ਮਾਰਨਾ ਹੈਗਾ, ਵੱਖੀ 'ਚ ਮਾਰਨਾ। ਠੀਕ ਹੈ। ਬਰਛਾ ਜਦੋਂ ਜੱਗਰ ਦਾ ਬਰਛਾ ਵੱਜਦਾ ਜਦੋਂ, ਤਾਂ ਉਦੋਂ ਉਹਦਾ ਕਤਲ ਹੁੰਦਾ, ਤਾਂ ਉਹ ਬਰਛੇ ਦੀ ਸਹਾਇਤਾ ਨਾਲ ਹੁੰਦਾ। ਠੀਕ ਹੈ। 26 ਨੰਬਰ ਪ੍ਰਸ਼ਨ ਕਹਾਣੀ ਵਿੱਚੋਂ ਪੜ੍ਹੋਗੇ ਤਾਂ ਫਿਰ ਪਤਾ ਲੱਗਦਾ ਹੈ ਨਾ, ਜੱਗਰ ਦਾ ਕਤਲ ਬਰਛੇ ਨਾਲ ਹੁੰਦਾ। ਅੱਗੇ ਅਗਲਾ ਪ੍ਰਸ਼ਨ ਦੇਖਦੇ ਹਾਂ ਬਾਈ। 27 ਨੰਬਰ ਪ੍ਰਸ਼ਨ ਤੁਹਾਡਾ ਕੀ ਹੈ? 27 ਨੰਬਰ ਪ੍ਰਸ਼ਨ ਇੱਧਰ ਦਿੱਤਾ, ਅਲੱਖ ਮਕਾਉਣੀ ਮੁਹਾਵਰੇ ਦਾ ਕੀ ਅਰਥ ਹੈ ਬਾਈ? ਅਲੱਖ ਮਕਾਉਣੀ ਮੁਹਾਵਰੇ ਦਾ ਕੀ ਅਰਥ ਹੈ? ਜਾਨ ਵਾਰ ਦੇਣੀ, ਜਾਨ ਤਲੀ 'ਤੇ ਧਰਨੀ, ਜਾਨੋਂ ਮਾਰ ਦੇਣਾ ਜਾਂ ਜਾਨ ਖਤਰੇ ਵਿੱਚ ਪਾਉਣੀ। ਅਲੱਖ ਮਕਾਉਣੀ ਮੁਹਾਵਰੇ ਦਾ ਅਰਥ ਹੈ ਜਾਨੋਂ ਮਾਰ ਦੇਣਾ, ਉਹਨੂੰ ਕਿਹਾ ਜਾਂਦਾ ਅਲੱਖ ਮਕਾਉਣੀ। ਠੀਕ ਹੈ। ਪੰਜਾਬੀ ਕਹਾਣੀ ਦਾ ਸ਼ਾਹ ਸਵਾਰ ਕਿਹਨੂੰ ਕਿਹਾ ਜਾਂਦਾ ਬਾਈ? ਸੰਤ ਸਿੰਘ ਸੇਖੋਂ ਨੂੰ, ਗੁਰਬਚਨ ਸਿੰਘ ਭੁੱਲਰ ਨੂੰ, ਸੰਤੋਖ ਸਿੰਘ ਧੀਰ ਨੂੰ ਜਾਂ ਕੁਲਵੰਤ ਸਿੰਘ ਵਿਰਕ ਨੂੰ? ਪੰਜਾਬੀ ਦਾ ਮਾਨਵਵਾਦੀ ਕਹਾਣੀਕਾਰ, ਪੰਜਾਬੀ ਦਾ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਪੇਸ਼ ਕਰਨ ਵਾਲਾ ਕਹਾਣੀਕਾਰ ਕੌਣ ਹੈ ਜੀ? ਛਾਹ ਵੇਲਾ, ਗੋਲਾ, ਤੂੜੀ ਦੀ ਪੰਡ, ਦੁੱਧ ਦਾ ਛੱਪੜ ਕਹਾਣੀ ਜਿਹੜੀ ਲਾਲ ਤੇ ਦਿਆਲ ਵਾਲੀ ਲਿਖਣ ਵਾਲਾ ਕੌਣ ਹੈ? ਕੁਲਵੰਤ ਸਿੰਘ ਵਿਰਕ। ਠੀਕ ਹੈ ਬਾਈ। ਇਹ ਪੰਜਾਬੀ ਕਹਾਣੀ ਦਾ ਸ਼ਾਹ ਸਵਾਰ ਹੈ। ਪੇਮੀ ਦੇ ਨਿਆਣੇ ਵਿੱਚ ਬੱਚਿਆਂ ਲਈ ਭੈ ਸਾਗਰ ਕਿਹੜੀ ਚੀਜ਼ ਸੀ? ਭੈ ਸਾਗਰ ਖੇਤ ਜਾਣ ਦੀ ਖੇਚਲ, ਮਦਰਸਾ, ਖੇਤ ਜਾਂ ਜਰਨੈਲੀ ਸੜਕ? ਜਰਨੈਲੀ ਸੜਕ ਕਿਹਾ ਜਾਂਦਾ। ਦੇਖੋ ਤੁਸੀਂ ਜਿਨ੍ਹਾਂ ਨੇ ਤਾਂ ਐਪ ਲੈ ਰੱਖੀ ਉਹਨਾਂ ਨੂੰ ਤਾਂ ਪਤਾ ਹੀ ਹੈ, ਜਰਨੈਲੀ ਸੜਕ ਮੈਂ ਦੱਸਿਆ ਹੀ ਸੀ। ਜਰਨੈਲੀ ਸੜਕ ਨੈਸ਼ਨਲ ਹਾਈਵੇ ਨੂੰ ਕਿਹਾ ਜਾਂਦਾ ਬਾਈ, NATIONALHIGHWAY ਹਾਈਵੇ। ਠੀਕ ਹੈ। ਨੈਸ਼ਨਲ ਹਾਈਵੇ ਜਿਹਨੂੰ ਤੁਸੀਂ ਰਾਸ਼ਟਰੀ ਰਾਜਮਾਰਗ ਕਹਿ ਦਿੰਦੇ ਹੋ ਹਿੰਦੀ ਦੇ ਵਿੱਚ, ਇਹ ਉਹ ਹੈ ਜੀ ਜਰਨੈਲੀ ਸੜਕ। ਪੇਮੀ ਦੇ ਨਿਆਣੇ ਕਹਾਣੀ ਵਿੱਚ, ਪੇਮੀ ਦੇ ਨਿਆਣੇ ਆ ਜੋ ਮਾੜੀ ਮੋਟੀ ਕੋਈ ਲਿਖੀ ਹੈ ਗਲਤੀ ਤੇ ਇਹਦਾ ਨਾ ਟੈਨਸ਼ਨ ਲਓ ਤੁਸੀਂ, ਮੈਂ ਸਹੀ ਕਰਵਾਈ ਜਾਂਦਾ ਇਹਨੂੰ। ਪੇਮੀ ਦੇ ਨਿਆਣੇ ਕਹਾਣੀ ਵਿੱਚ ਬੱਚਿਆਂ ਲਈ ਭੈ ਸਾਗਰ ਕਿਹੜੀ ਚੀਜ਼ ਸੀਗੀ? ਖੇਤ ਜਾਣ ਦੀ ਖੇਚਲ, ਮਦਰਸਾ, ਖੇਤ ਜਾਂ ਜਰਨੈਲੀ ਸੜਕ? ਸੋ ਇਹਦਾ ਜਿਹੜਾ ਸਹੀ ਉੱਤਰ ਹੈ ਜੀ ਉਹ ਹੈਗਾ ਜਰਨੈਲੀ ਸੜਕ। ਜਰਨੈਲੀ ਸੜਕ ਹੈ ਜਿਹੜੀ ਉਹਨਾਂ ਵਾਸਤੇ ਭੈ ਸਾਗਰ ਸੀ, ਖੇਤ ਉਹਨਾਂ ਵਾਸਤੇ ਸਵਰਗ ਸੀ। ਠੀਕ ਹੈ ਬਾਈ। ਇਹ ਵੀ ਤੁਸੀਂ ਦੇਖ ਲਿਓ ਵੀ ਖੇਤ ਜਾਣ ਦੀ ਖੇਚਲ ਹੈ ਜਿਹੜੀ ਉਹ ਕੀ ਚੀਜ਼ ਸੀ, ਉਹ ਉਹਨਾਂ ਵਾਸਤੇ ਕੀ ਚੀਜ਼ ਸੀ। ਇਹ ਵੀ ਤੁਸੀਂ ਹੁਣ ਪੜ੍ਹ ਲਿਓ ਥੋੜ੍ਹਾ ਜਿਹਾ ਜਰਾ ਹੈ ਨਾ, ਥੋੜ੍ਹਾ ਉਹਨੂੰ ਰਿਮਾਈਂਡ ਕਰ ਲਿਓ ਧਿਆਨ ਨਾਲ, ਉਹਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਊਗਾ। ਪੇਮੀ ਦੇ ਨਿਆਣੇ ਕਹਾਣੀ ਬਹੁਤ ਇੰਪੋਰਟੈਂਟ ਆ, ਬਹੁਤ ਮਤਲਬ ਪ੍ਰਸਿੱਧ ਕਹਾਣੀ ਹੈ। ਬਹੁਤਾ ਪਾਂਦੀ ਕਹਾਣੀ ਦਾ ਪਾਤਰ ਨਹੀਂ ਹੈ, ਦੱਸੋ ਵੀ ਕੌਣ ਨੀਗਾ? ਸਿਕੰਜਵੀ ਵਾਲਾ। ਸਿਕੰਜਵੀ ਮਤਲਬ ਸਿਕੰਜਵੀ ਵਾਲਾ, ਸਿਕੰਜਵੀ ਵਾਲਾ ਇਹ ਤਾਂ ਆਉਂਦਾ ਇਹਦੇ ਵਿੱਚ। ਬੰਤਾ ਸਿੰਘ ਵੀ ਆਉਂਦਾ ਹੈ, ਫੌਜੀ ਦਾ ਨਾਮ ਹੈ। ਮੇਜਰ ਸਾਹਿਬ ਤਾਂ ਮੁੱਖ ਪਾਤਰ ਹੈ। ਬਜ਼ੁਰਗ ਸਵਾਰੀ ਕੋਈ ਨਹੀਂ ਆਉਂਦੀ, ਮੋਟੀ ਸਵਾਰੀ ਜ਼ਰੂਰ ਆਉਂਦੀ ਹੈ, ਇੱਕ ਮੋਟਾ ਜਿਹਾ ਆਉਂਦਾ ਹੈ ਮਤਲਬ ਚੜ੍ਹਨਾ, ਉਹ ਜ਼ਰੂਰ ਆਉਂਦਾ, ਪਰ ਕੋਈ ਬਜ਼ੁਰਗ ਸਵਾਰੀ ਦਾ ਜ਼ਿਕਰ ਨਹੀਂ ਆਉਂਦਾ। ਇਸ ਕਰਕੇ ਬਹੁਤਾ ਪਾਂਦੀ ਕਹਾਣੀ ਦਾ ਪਾਤਰ ਇੱਕ ਬਜ਼ੁਰਗ ਸਵਾਰੀ ਜੋ ਨਹੀਂ ਹੈ। ਸ਼ਿਕੰਜਵੀ ਵੇਚਣ ਵਾਲਾ ਤਾਂ ਆਉਂਦਾ ਹੀ ਹੈ, ਆਨੇ ਗਲਾਸ ਜਿਹੜਾ ਕਰਦਾ ਹੁੰਦਾ। ਤੂੰ ਸਾਨੂੰ ਨਾ ਫੜ ਅਸੀਂ ਪੇਮੀ ਦੇ ਨਿਆਣੇ ਹਾਂ। ਉਪਰੋਕਤ ਕਥਨ ਕਿਸ ਨੇ ਕਹੇ ਸੀ ਬਾਈ? ਲੇਖਕ ਨੇ, ਲੇਖਕ ਦੀ ਭੈਣ ਨੇ, ਰਾਸ਼ੇ ਨੇ ਜਾਂ ਲੇਖਕ ਦੀ ਮਾਂ ਨੇ? ਅਗਰ ਤੁਸੀਂ ਧਿਆਨ ਨਾਲ ਪੜ੍ਹੀ ਇਹ ਕਹਾਣੀ ਤਾਂ ਇਹ ਕਥਨ ਜੀ, ਤੂੰ ਸਾਨੂੰ ਨਾ ਫੜ ਅਸੀਂ ਪੇਮੀ ਦੇ ਨਿਆਣੇ ਹਾਂ, ਲੇਖਕ ਦੀ ਭੈਣ ਲੇਖਕ ਨੂੰ ਕਹਿੰਦੀ ਹੈ ਵੀ ਵੀਰਾ ਤੂੰ ਰੋ ਨਾ, ਜੇ ਇਹ ਰਾਸ਼ਾ ਮੈਂ ਆਪਾਂ ਨੂੰ ਫੜਨ ਆਊਗਾ ਤਾਂ ਮੈਂ ਇਹਨੂੰ ਕਹਿ ਦੂੰਗੀ ਵੀ ਤੂੰ ਸਾਨੂੰ ਨਾ ਫੜ ਅਸੀਂ ਪੇਮੀ ਦੇ ਨਿਆਣੇ ਹਾਂ। ਇਹ ਇੱਕ ਕਹਾਣੀ ਦੇ ਵਿੱਚ ਔਖਾ ਪ੍ਰਸ਼ਨ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਬਣ ਸਕਦੇ ਹਨ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਠੀਕ ਹੈ। ਉਸ ਤੋਂ ਬਾਅਦ ਅਗਲਾ ਪ੍ਰਸ਼ਨ, ਖੂਨ ਕਹਾਣੀ ਦਾ ਪਾਤਰ ਨਹੀਂ ਹੈ। ਮੱਘਰ
करतारा, कुलवंतो ਜਾਂ ਸ਼ਾਮੋ। ਸ਼ਾਮੋ ਨੈਣ ਤਾਂ ਹੈਗਾ ਹੈ, ਕਰਤਾਰਾ ਤਾਂ ਜੱਗਰ ਦਾ ਭਰਾ ਹੀ ਹੈ। ਕਰਤਾਰਾ ਹੀ ਤਾਂ ਤਲਵਾਰ ਲੈ ਕੇ ਆਪਣੇ ਭਤੀਜੇ ਨੂੰ ਮਾਰਨ ਜਾਂਦਾ। ਤੇ ਕੁਲਵੰਤੋ ਤਾਂ ਹੈਗੀ ਆ, ਕੁਲਵੰਤੋ ਤਾਂ ਕਰਤਾਰੇ ਦੀ ਭਾਬੀ ਹੁੰਦੀ ਹੈ ਨਾ, ਜੱਗਰ ਦੀ ਪਤਨੀ। ਤੇ ਸ਼ਾਮੋ ਨੈਣ ਰਾਹੀਂ ਉਹ ਗੱਲ ਵੀ ਚਲਾਉਂਦਾ ਕੁਲਵੰਤੋ ਨੂੰ ਘਰ ਵਸਾਉਣ ਦੀ। ਇਸ ਤਰ੍ਹਾਂ ਹੁੰਦਾ ਹੈ ਨਾ। ਮੱਘਰ ਨਾਮ ਦਾ ਕੋਈ ਇਹਦੇ ਵਿੱਚ ਹੈ ਨਹੀਂਗਾ। 32 ਨੰਬਰ ਦਾ ਸਹੀ ਉੱਤਰ ਹੈ ਜਿਹੜਾ ਉਹ ਹੈਗਾ ਜੀ ਮੱਘਰ। ਅਗਲਾ ਪ੍ਰਸ਼ਨ, ਭਾਰਤੀ ਸਾਹਿਤ ਅਕਾਦਮੀ ਪੁਰਸਕ੍ਰਿਤ ਕਹਾਣੀ ਸੰਗ੍ਰਹਿ ਨਹੀਂ ਹੈ। ਇਹਦੇ ਵਿੱਚੋਂ ਕਿਹੜਾ ਕਹਾਣੀ ਸੰਗ੍ਰਹਿ ਜਿਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਹੀਂ ਮਿਲਿਆ ਹੋਇਆ? ਕਹਾਣੀ ਸੰਗ੍ਰਹਿ ਮਿੱਤਰ ਪਿਆਰਾ, ਪੱਖੀ, ਅਗਨੀ ਕਲਸ਼, ਨਵੇਂ ਲੋਕ। ਸੋ ਇਹਦੇ ਵਿੱਚ ਪੱਖੀ ਕਹਾਣੀ ਸੰਗ੍ਰਹਿ ਨੂੰ ਤਾਂ ਮਿਲਿਆ ਬਾਈ ਸਾਹਿਤ ਅਕਾਦਮੀ ਪੁਰਸਕਾਰ। ਨਵੇਂ ਅਸਲ ਦੇ ਵਿੱਚ ਸਾਰਿਆਂ ਨੂੰ ਹੀ ਮਿਲਿਆ, ਇਹਦੇ ਵਿੱਚੋਂ ਸਾਰਿਆਂ ਨੂੰ ਹੀ ਮਿਲਿਆ ਵਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਬਸ ਕਹਾਣੀ ਸੰਗ੍ਰਹਿ ਲੱਭਣਾ ਵੀ ਕਹਾਣੀ ਸੰਗ੍ਰਹਿ ਕਿਹੜਾ ਨਹੀਂਗਾ। ਪੱਖੀ ਤਾਂ ਕਹਾਣੀ ਸੰਗ੍ਰਹਿ ਆ, ਨਵੇਂ ਲੋਕ ਨੂੰ ਵੀ ਕਹਾਣੀ ਸੰਗ੍ਰਹਿ ਆ, ਅਗਨੀ ਕਲਸ਼ ਵੀ ਕਹਾਣੀ ਸੰਗ੍ਰਹਿ ਆ, ਪਰ ਮਿੱਤਰ ਪਿਆਰਾ ਜਿਹੜਾ ਇਹ ਇੱਕ ਨਾਟਕ ਹੈ। ਸੰਤ ਸਿੰਘ ਸੇਖੋਂ ਦਾ ਨਾਟਕ ਹੈ ਮਿੱਤਰ ਪਿਆਰਾ, ਜਿਹਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਸ ਤਰ੍ਹਾਂ ਦਾ ਪਜ਼ਲ ਕਰਨ ਵਾਲਾ ਪ੍ਰਸ਼ਨ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਪ੍ਰਸ਼ਨ ਤੋਂ ਵੀ ਤੁਸੀਂ ਤਿਆਰ ਰਹਿਣਾ ਭਾਈ। ਸਮਝ ਗਏ ਕਹਾਣੀ ਨੂੰ? ਗੱਲ ਸਮਝੇ ਕਿ ਨਹੀਂ? ਮੱਥੇ ਤੇ ਹੱਥ ਧਰ ਲਿਆ ਹੋਣਾ ਕਈਆਂ ਨੇ ਵੀ, ਹਾਏ ਆ ਤਾਂ ਅਸੀਂ ਐ ਸੋਚਦੇ ਰਹੇ। ਅਗਲਾ ਪ੍ਰਸ਼ਨ, ਪ੍ਰਗਤੀਵਾਦੀ ਕਹਾਣੀਕਾਰ ਨਹੀਂ ਹੈ। ਪ੍ਰਗਤੀਵਾਦੀ ਲਹਿਰ ਤੋਂ ਪ੍ਰਭਾਵਿਤ ਕਿਹੜਾ ਕਹਾਣੀਕਾਰ ਨਹੀਂਗਾ? ਸੰਤੋਖ ਸਿੰਘ ਧੀਰ ਤਾਂ ਪ੍ਰਗਤੀਵਾਦੀ ਹੈ ਬਾਈ। ਗੁਰਬਚਨ ਸਿੰਘ ਭੁੱਲਰ ਵੀ ਪ੍ਰਗਤੀਵਾਦੀ ਕਹਾਣੀਕਾਰ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰਗਤੀ ਮਤਲਬ ਆਪਾਂ ਪ੍ਰੋਗਰੈਸ, ਜਿਹਨੂੰ ਤਰੱਕੀ ਖੁਸ਼ਹਾਲੀ ਕਹਿ ਦਿੰਦੇ ਹਾਂ, ਹੈ ਨਾ। ਇਹ ਸਮਾਜਵਾਦ ਦੇ ਨਾਲ ਸੰਬੰਧਿਤ ਹੀ ਇੱਕ ਲਹਿਰ ਹੈ ਪ੍ਰਗਤੀਵਾਦੀ। ਗੁਰਬਖਸ਼ ਸਿੰਘ ਪ੍ਰੀਤਲੜੀ ਇਹ ਤਾਂ ਨਹੀਂਗਾ ਬਾਈ, ਇਹ ਤਾਂ ਪ੍ਰੇਮ ਤੇ ਆਧਾਰਿਤ ਹੈ। ਪ੍ਰਗਤੀਵਾਦ ਤੋਂ ਇਹਨੇ ਕੀ ਲੈਣਾ? ਸੰਤ ਸਿੰਘ ਸੇਖੋਂ ਤਾਂ ਪਿਓਰ ਪ੍ਰਗਤੀਵਾਦੀ ਹੈ। ਸੰਤੋਖ ਸਿੰਘ ਧੀਰ ਤੇ ਸੰਤ ਸਿੰਘ ਸੇਖੋਂ ਇਹ ਤਾਂ ਸ਼ੁੱਧ ਪ੍ਰਗਤੀਵਾਦੀ ਹੈ। ਆਹ ਹੈ ਜਿਹੜਾ ਇਹ ਥੋੜ੍ਹਾ ਜਿਹਾ ਘੱਟ ਹੈ। ਗੁਰਬਚਨ ਸਿੰਘ ਭੁੱਲਰ ਹੈ ਪਰ ਇਹ ਵੀ ਪ੍ਰਗਤੀਵਾਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਹੈ ਜਿਹੜਾ ਇਹ ਨਹੀਂਗਾ ਬਾਈ ਪ੍ਰਗਤੀਵਾਦੀ ਕਹਾਣੀਕਾਰ। ਇਹ ਤੁਸੀਂ ਇਸ ਤਰ੍ਹਾਂ ਦਾ ਧਿਆਨ ਰੱਖਣਾ। 10ਵੀਂ ਵਾਲੀ ਬੁੱਕ 'ਚੋਂ ਹੀ ਬਣਾਇਆ ਗਿਆ ਪ੍ਰਸ਼ਨ ਹੈ ਇਹ, ਮੈਂ ਕਿਤੋਂ ਨਹੀਂ ਬਣਾਇਆ ਗਾ। ਮੈਂ ਸਿਰਫ 10ਵੀਂ ਵਾਲੀ ਬੁੱਕ 'ਚੋਂ, ਮੇਰੇ ਵਾਲੀ ਬੁੱਕ ਦੇ ਵਿੱਚ ਚੀਜ਼ਾਂ ਬਣਾਈਆਂ। ਜਦੋਂ ਤੁਸੀਂ ਮੇਰੇ ਵਾਲੀ ਬੁੱਕ 'ਚੋਂ ਹੈ ਨਹੀਂ ਨਾ ਕਹਾਣੀ ਸੰਗ੍ਰਹਿ, ਤਾਂ ਉਹ ਮੇਰੇ ਵਾਲੀ PDF ਹੈ ਜਿਹੜੀ, ਉਹ ਮੇਰੇ ਵਾਲੀ ਬੁੱਕ ਵਾਲਾ ਹੀ ਪੋਰਸ਼ਨ ਆ। ਉਹ ਜਦੋਂ ਤੁਸੀਂ ਪੜ੍ਹ ਲਓਗੇ ਨਾ, ਤੁਹਾਡਾ ਕਹਾਣੀ ਵਾਲਾ ਕੋਈ ਵੀ ਪ੍ਰਸ਼ਨ ਗਲਤ ਨਹੀਂ ਹੋਊਗਾ। ਦੇਖ ਲਿਓ ਤੁਸੀਂ। ਅਗਲਾ ਪ੍ਰਸ਼ਨ, ਪੋਤਾ ਪਾਂਦੀ ਕਹਾਣੀ ਵਿੱਚ ਗੱਡੀ ਕਿੱਥੋਂ ਆ ਰਹੀ ਸੀ? ਲੁਧਿਆਣੇ ਤੋਂ, ਬਠਿੰਡੇ ਤੋਂ, ਫਿਰੋਜ਼ਪੁਰ ਤੋਂ ਜਾਂ ਅੰਮ੍ਰਿਤਸਰ ਤੋਂ? 35 ਨੰਬਰ ਪ੍ਰਸ਼ਨ ਤੁਹਾਡਾ। ਇਹਦੇ ਵਿੱਚ ਗੱਡੀ ਹੈ ਜਿਹੜੀ ਉਹ ਬਾਈ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਲੁਧਿਆਣੇ ਵੱਲ ਨੂੰ ਜਾ ਰਹੀ ਸੀ। ਪੋਤਾ ਪਾਂਦੀ ਕਹਾਣੀ ਵਿੱਚ ਜਦੋਂ ਕਹਾਣੀ ਸ਼ੁਰੂ ਹੁੰਦੀ ਹੈ ਤਾਂ ਉੱਤੇ ਲਿਖਿਆ ਹੈ ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਆ ਰਹੀ ਸੀ, ਮਤਲਬ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਲੁਧਿਆਣੇ ਵੱਲ ਨੂੰ ਜਾ ਰਹੀ ਸੀ। ਅਗਰ ਦੇਖਿਆ ਜਾਵੇ, ਸੋਚਿਆ ਜਾਵੇ ਤਾਂ ਅੰਮ੍ਰਿਤਸਰ ਤੋਂ ਆ ਰਹੀ ਸੀ ਬਾਈ, ਅੰਮ੍ਰਿਤਸਰੋਂ ਲੁਧਿਆਣੇ ਵੱਲ ਨੂੰ ਆ ਰਹੀ ਸੀ, ਮਤਲਬ ਲੁਧਿਆਣੇ ਵੱਲ ਨੂੰ ਜਾ ਰਹੀ ਹੈ ਗੱਡੀ। ਕਿੱਥੋਂ ਆ ਰਹੀ ਸੀ? ਇਹ ਅੰਮ੍ਰਿਤਸਰ ਤੋਂ ਚੱਲੀ ਸੀ। ਠੀਕ ਹੈ ਬਾਈ। ਅਗਲਾ ਪ੍ਰਸ਼ਨ, ਹਾਂ ਕਿੰਨਾ ਦੁੱਧ ਸੀ? ਛੱਪੜ ਲੱਗਾ ਹੋਇਆ ਹੈ ਦੁੱਧ ਦਾ। ਉਪਰੋਕਤ ਕਥਨ ਕਿਸ ਨੇ ਕਿਹਾ ਸੀ? ਲਾਲ ਨੇ, ਲਾਲ ਦੀ ਵਹੁਟੀ ਨੇ, ਦਿਆਲ ਦੀ ਵਹੁਟੀ ਨੇ ਜਾਂ ਦਿਆਲ ਨੇ? ਸੋ ਇਹ ਹੈ ਜਿਹੜਾ ਇਹ ਲਾਲ ਦੀ ਵਹੁਟੀ ਲਾਲ ਨੂੰ ਕਹਿੰਦੀ ਹੈ ਵੀ ਕਿੰਨਾ ਦੁੱਧ ਸੀ, ਛੱਪੜ ਲੱਗਾ ਹੋਇਆ ਹੈ ਦੁੱਧ ਦਾ। ਇਹ ਲਾਲ ਦੀ ਵਹੁਟੀ ਕਹਿੰਦੀ ਹੈ। 2nd ਗ੍ਰੇਡ ਦੇ ਵਿੱਚ ਇਹ ਪ੍ਰਸ਼ਨ ਆਇਆ ਸੀਗਾ ਤੇ ਮੇਰਾ ਇਹ ਪ੍ਰਸ਼ਨ ਬੜੇ ਸ਼ਾਨਦਾਰ ਤਰੀਕੇ ਨਾਲ ਗਲਤ ਹੋਇਆ ਸੀਗਾ। ਮੇਰਾ 2nd ਗ੍ਰੇਡ 'ਚ ਸਿਲੈਕਸ਼ਨ ਫਿਰ ਨਹੀਂ ਸੀ ਹੋਇਆ, ਇਸੇ ਕਰਕੇ। ਠੀਕ ਹੈ ਬਾਈ। ਅਗਲਾ ਪ੍ਰਸ਼ਨ 37 ਨੰਬਰ ਪ੍ਰਸ਼ਨ ਹੈ, ਖੂਨ ਕਹਾਣੀ ਵਿੱਚ ਆਏ ਪਿੰਡ ਦਾ ਨਾਮ ਦੱਸੋ। ਖੂਨ ਕਹਾਣੀ ਦੇ ਵਿੱਚ ਸੌਣਪੁਰਾ, ਕਮੀਨਪੁਰਾ, ਬਸੰਤਪੁਰਾ, ਰਾਜਪੁਰਾ। ਆਹ ਤਾਂ ਉੱਥੇ ਨੇੜੇ ਹੀ ਆ, ਤਾਂ ਆਪਾਂ ਹੀ ਸੁਣੇ ਆ। ਕਮੀਨਪੁਰਾ ਤਾਂ ਉਹ ਮਿੱਲ ਲੱਗੀ ਵੀ ਹੈ ਜਿੱਥੇ ਉਹ ਕਮੀਨ ਗੰਨਾ ਮਿੱਲ, ਤੇ ਰਾਜਪੁਰਾ, ਬਾਲਾ ਰਾਜਪੁਰਾ, ਇਹ ਤਾਂ ਪਿੰਡ ਇੱਥੋਂ ਨਾਲੇ, ਇਹ ਥੋੜ੍ਹਾ ਖੂਨ ਕਹਾਣੀ ਵਾਲੇ ਆ। ਸੌਣਪੁਰਾ ਪਿੰਡ ਆ ਬਾਈ, ਸੌਣਪੁਰਾ ਪਿੰਡ ਦਾ ਜ਼ਿਕਰ ਆਉਂਦਾ ਹੈ ਖੂਨ ਕਹਾਣੀ ਦੇ ਵਿੱਚ। ਪੰਜਾਬੀ ਕਹਾਣੀ ਦਾ ਦੂਜਾ ਦੌਰ, ਦੋਚਾ ਨਹੀਂ ਹੋਏ, ਦੂਜਾ ਦੌਰ ਬਾਈ, ਦੂਜਾ ਦੌਰ ਕਿਸ ਕਹਾਣੀਕਾਰ ਨਾਲ ਸ਼ੁਰੂ ਹੁੰਦਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਗੁਰਬਚਨ ਸਿੰਘ ਭੁੱਲਰ ਤੇ ਕੁਲਵੰਤ ਸਿੰਘ ਵਿਰਕ। ਧਿਆਨ ਨਾਲ ਪੜ੍ਹੋ। ਅਗਰ 10ਵੀਂ ਵਾਲੀ ਬੁੱਕ ਤਾਂ ਉਹਦੇ ਵਿੱਚ ਲਿਖਿਆ ਹੋਇਆ ਹੈ ਵੀ ਸੰਤ ਸਿੰਘ ਸੇਖੋਂ ਦੇ ਪ੍ਰਵੇਸ਼ ਨਾਲ ਪੰਜਾਬੀ ਕਹਾਣੀ ਹੈ ਜਿਹੜੀ ਉਹ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦੀ ਹੈ। 38ਵੇਂ ਦਾ ਜਿਹੜਾ ਉੱਤਰ ਹੈ ਜਿਹੜਾ ਉਹ ਤੁਹਾਡਾ ਹੈਗਾ ਜੀ ਸੰਤ ਸਿੰਘ ਸੇਖੋਂ। ਅੱਗੇ ਪ੍ਰਸ਼ਨ ਦੇਖ ਲਓ ਬਈ। ਅਗਲਾ ਪ੍ਰਸ਼ਨ, ਪਹੁਤਾ ਪਾਂਦੀ ਤੋਂ ਕੀ ਭਾਵ ਹੈ? ਜਾਂਦਾ ਹੋਇਆ ਮੁਸਾਫਰ, ਤੁਰਦਾ ਹੋਇਆ ਮੁਸਾਫਰ, ਪਹੁੰਚਿਆ ਹੋਇਆ ਮੁਸਾਫਰ ਜਾਂ ਬੈਠਾ ਹੋਇਆ ਮੁਸਾਫਰ। ਪਹੁਤਾ ਪਾਂਦੀ ਤੋਂ ਭਾਵ ਹੈ ਪਹੁੰਚਿਆ ਹੋਇਆ ਮੁਸਾਫਰ। ਠੀਕ ਹੈ ਬਾਈ। ਪਹੁੰਚਿਆ ਹੋਇਆ, ਬੜੀ ਪੁੱਜੀ ਹੋਈ ਸ਼ਖਸੀਅਤ। ਪ੍ਰੀਤਲੜੀ ਰਸਾਲਾ
ਕਦੋਂ ਸ਼ੁਰੂ ਹੋਇਆ? ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਸ਼ੁਰੂ ਕੀਤਾ ਸੀ ਬਈ। 40 ਨੰਬਰ ਆ ਜਿਹੜਾ ਇਹਦਾ ਸਹੀ ਉੱਤਰ ਹੈ ਜਿਹੜਾ ਇਹ ਤੁਹਾਡਾ ਡੀ ਨੰਬਰ ਆਪਸ਼ਨ ਹੈ। ਪ੍ਰੀਤਲੜੀ ਰਸਾਲਾ ਜਿਹੜਾ 1913 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਸੋ ਠੀਕ ਹੈ ਵੀ ਵਿਦਿਆਰਥੀਓ, ਹੁਣ ਤੁਹਾਨੂੰ ਥੋੜ੍ਹਾ ਜਿਹਾ ਨਾ ਰੈਗੂਲਰ ਵੀਡੀਓਜ਼ ਆ ਜਿਹੜੀਆਂ ਉਹ ਮਿਲਣ ਲੱਗ ਜਾਣਗੀਆਂ। ਇਹਨਾਂ ਦਿਨਾਂ ਦੇ ਵਿੱਚ ਮੈਂ ਛੁੱਟੀ 'ਤੇ ਹੀ ਹਾਂ ਅਤੇ ਮੈਂ ਇੱਕ ਦੋ ਵਾਰ ਹਜੇ ਮੈਂ ਇੱਕ ਦੋ ਜਗ੍ਹਾ 'ਤੇ ਆਸੇ ਪਾਸੇ ਥੋੜ੍ਹਾ ਜਾ ਕੇ ਆਉਣਾ, ਘੁੰਮ ਫਿਰ ਕੇ ਆਉਣਾ। ਤਾਂ ਪਰ ਹੁਣ ਮੈਂ ਲਗਾਤਾਰ ਤੁਹਾਨੂੰ ਕਲਾਸਾਂ ਇੱਕ ਦੋ ਜਿੰਨੀ ਛੇਤੀ ਹੋ ਸਕੇ ਤੁਹਾਡਾ ਬਹੁਤ ਵਧੀਆ ਕਰਵਾਊਂਗਾ। ਪ੍ਰਸ਼ਨ ਮੈਂ ਪੈਡਾਗੋਜੀ ਵਾਲੇ ਬਣਾਏ ਹੋਏ। ਪੈਡਾਗੋਜੀ ਵਾਲਾ ਜਿਵੇਂ ਹੀ ਆਪਸ਼ਨ ਆ ਗਿਆ ਨਾ, ਪੋਰਸ਼ਨ ਸ਼ੁਰੂ ਹੋ ਜਾਣਾ ਛੇਤੀ, ਹੁਣ ਛੇਤੀ ਸ਼ੁਰੂ ਕਰ ਦੂੰਗਾ ਮੈਂ। ਘਬਰਾਉਣ ਵਾਲੀ ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ। ਬਸ ਜਿਹੜੀ ਗੱਲ ਮੈਂ ਜਿਵੇਂ ਦੱਸਦਾ ਜਾਵਾਂ, ਹੁਣ ਮੈਂ ਇਹਦੇ ਵਿੱਚ ਕਿੰਨੇ ਕਨਸੈਪਟ ਤੁਹਾਨੂੰ ਦੱਸੇ ਆ ਵੀ ਇਸ ਤਰ੍ਹਾਂ ਪ੍ਰਸ਼ਨ ਬਣ ਸਕਦਾ ਹੈ ਬਈ, ਇਸ ਤਰ੍ਹਾਂ ਪ੍ਰਸ਼ਨ ਬਣ ਸਕਦਾ ਹੈ ਨਾ। ਹਾਂ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ। ਕੁਝ ਕਮੈਂਟਸ ਦੇਖੀਏ ਬਈ ਤੁਹਾਡੇ, ਅਗਰ ਮੇਰੀ ਨਿਗਾਹ 'ਚ ਆਉਣ ਤਾਂ। ਪਿਛਲੀ ਵੀਡੀਓ 'ਚ ਮੈਂ ਕੋਈ ਕਮੈਂਟਸ ਮੈਂ ਪੜ੍ਹੇ ਨਹੀਂ, ਹਾਲਾਂਕਿ ਮੈਂ ਦੇਖਦਾ ਇੱਕ ਵਾਰ ਪਿਛਲੀ ਵੀਡੀਓ ਜਸਟ ਪਿਛਲੀ 'ਚ ਦੇਖਦੇ, ਉਵੇਂ ਤਾਂ ਮੈਨੂੰ ਲੱਗਦਾ ਉਸ ਤੋਂ ਪਿਛਲੀ ਵਾਲੀ 'ਚ ਵੀ ਨਹੀਂ ਦੇਖੇ ਸੀਗੇ ਹੈ ਨਾ। ਆਪਾਂ ਤਾਂ ਹਾਂ ਸਰ ਭਾਈ ਮਰਦਾਨਾ ਜੀ ਦਾ ਦੇਹਾਂਤ ਬੁੱਕ ਵਿੱਚ 1591 ਦਿੱਤਾ ਹੋਇਆ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ 8 ਦਿਨ ਬਾਅਦ। ਇਹ ਕਿਵੇਂ ਜੀ? ਇਹ ਮੈਂ ਦੱਸਦਾ ਤੈਨੂੰ, ਲੈ ਹੁਣ ਇਹ ਬੜੀ ਗੱਲ ਹੈ, ਇਹ ਮੈਂ ਬਣਾ ਦਿੰਦਾ। ਲੈ ਵੀ ਇਹ ਮੈਂ ਸਹੀ ਕਰਵਾ ਦਿੰਦਾ ਤੁਹਾਨੂੰ। ਬੁੱਕ ਕੱਢੋ ਆਪਣੀ ਨਹੀਂ ਬੁੱਕ, ਜਿਹੜੀ ਉਹ ਹੈਗੀ ਆਪਣੇ ਰੱਬ ਤੁਹਾਡਾ ਭਲਾ ਕਰੇ, ਜਿਹੜੀ 10ਵੀਂ ਵਾਲੀ ਬੁੱਕ ਹੈ ਨਾ, ਹੁਣ ਆਪਾਂ ਨੂੰ ਉਹ ਚਾਹੀਦੀ ਹੈ, ਉਹਦੇ ਵਿੱਚੋਂ ਇਹ ਬਣੂਗਾ। ਲੈ ਵੀ ਇਹ ਤਾਂ ਬਹੁਤ ਜ਼ਰੂਰੀ ਹੈ, ਭਾਈ ਮਰਦਾਨਾ ਜੀ ਵਾਲਾ ਤਾਂ ਬਾਹਲਾ ਜ਼ਰੂਰੀ ਹੈ ਦੱਸਣਾ ਹੈ ਨਾ। ਇਸ ਕਰਕੇ ਲਓ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਭਾਈ ਮਰਦਾਨਾ ਜੀ ਵਾਲੀ ਗੱਲ ਵੀ ਭਾਈ ਮਰਦਾਨਾ ਜੀ ਵਾਲਾ ਜਿਹੜਾ ਹੈਗਾ ਪੰਜਾਬੀ ਵਿੱਚ ਆਹ ਕਿਹੜੀ ਬੁੱਕ ਹੈ ਬਈ? ਪੰਜਾਬੀ 5 ਹੈ। ਆ ਹੋ ਸਕਦੀ ਹੈ 10ਵੀਂ ਵਾਲੀ ਬੁੱਕ, ਲੱਗਦੀ ਤਾਂ ਇਹੀ ਹੈ। ਆ ਰਹੀ, ਲੈ ਇਹ ਬੜੀ ਗੱਲ ਆਖੀ ਹੈ। ਜਿਹਨੇ ਵੀ ਕਮੈਂਟ ਕੀਤਾ ਬਹੁਤ ਵਧੀਆ ਕਮੈਂਟ ਕੀਤਾ ਬਾਈ। ਲਓ ਇਹ ਵੀ ਦੇਖ ਦਿੰਦੇ ਆਪਾਂ ਹੁਣੇ। ਇਹ ਹੈਗਾ ਰੱਬ ਤੁਹਾਡਾ ਭਲਾ ਕਰੇ। ਆ ਜਿਹੜੀ ਇਹਦਾ ਬਈ ਆ ਇੰਡੈਕਸ ਯਾਦ ਰੱਖ ਲਿਓ। ਬਹੁਤਾ ਪਾਂਦੀ ਗੁਰਬਖਸ਼ ਸਿੰਘ ਪ੍ਰੀਤਲੜੀ, ਪੇਮੀ ਦੇ ਨਿਆਣੇ ਸੰਤ ਸਿੰਘ ਸੇਖੋਂ, ਸਾਂਝੀ ਕੰਧ ਸੰਤੋਖ ਸਿੰਘ ਧੀਰ, ਦੁੱਧਾ ਛੱਪੜ ਕੁਲਵੰਤ ਸਿੰਘ ਵਿਰਕ, ਖੂਨ ਗੁਰਬਚਨ ਸਿੰਘ ਭੁੱਲਰ। ਭਾਈ ਮਰਦਾਨਾ ਜੀ 111 ਨੰਬਰ ਪੇਜ 'ਤੇ ਦੇ ਰੱਖਿਆ ਪਾਠ, ਹਰਪ੍ਰੀਤ ਕੌਰ ਦਾ ਲਿਖਿਆ ਹੋਇਆ। 111 ਨੰਬਰ ਪੇਜ 'ਤੇ ਆ ਜਾਓ। ਲੈ ਤਾਂ ਬੜਾ ਸ਼ਾਨਦਾਰ ਪ੍ਰਸ਼ਨ ਪੁੱਛ ਲਿਆ ਬਈ। ਮੈਂ ਹੁਣੇ ਦੱਸ ਦਿੰਦਾ ਤੁਹਾਨੂੰ, ਇਹਦੇ ਵਿੱਚ ਨਾ ਕੋਈ ਮਿਸਟੇਕ ਲੱਗ ਰਹੀ ਹੈ ਮੈਨੂੰ, ਇਸ ਬੁੱਕ ਦੇ ਵਿੱਚ ਹੀ ਮਤਲਬ ਕੋਈ ਮਿਸਟੇਕ ਹੈ। ਲਓ ਮੈਂ ਹੁਣੇ ਸਹੀ ਕਰਵਾ ਦਿੰਦਾ। ਭਾਈ ਮਰਦਾਨਾ ਜੀ ਅੱਛਾ ਲਿਖਿਆ ਹੈ, ਪਰ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਆਪ ਦਾ ਦੇਹਾਂਤ 1591 ਈਸਵੀ ਨੂੰ ਹੋਇਆ। ਅਤੇ ਲੋਕੀ ਕੁਝ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਨਹੀਂ, ਕਿਉਂਕਿ ਉਹਨਾਂ ਅਨੁਸਾਰ 1591 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ। ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਸੀਗੇ ਆਪਣੇ 1491 ਈਸਵੀ ਦੀ ਗੱਲ ਹੈ ਇਹ। 1491 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸੀਗੇ। 1491 ਕਰ ਲਓ ਇਹਨੂੰ, ਆ ਲਓ ਸਾਰੀ ਸਮੱਸਿਆ ਹੱਲ ਹੋ ਗਈ ਤੁਹਾਡੀ। 1491 'ਚ ਮਤਲਬ ਦੇਹਾਂਤ ਹੋਇਆ। ਕੁਝ ਵਿਦਵਾਨ ਇਹ ਕਹਿੰਦੇ ਆ, ਅਤੇ ਕਿਉਂਕਿ ਉਹਨਾਂ ਅਨੁਸਾਰ, ਪਰੰਤੂ ਕੁਝ ਵਿਦਵਾਨ ਆ ਜਿਹੜੇ ਸਹਿਮਤ ਨਹੀਂ ਗੇ ਇਸ ਗੱਲ ਨਾਲ। ਉਹਨਾਂ ਅਨੁਸਾਰ 1491 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿੱਚ ਸਨ। 1491 ਈਸਵੀ ਦੇ ਵਿੱਚ ਵਾਕਈ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਹੀ ਸਨ। ਸੋ ਕੋਈ ਦਿੱਕਤ ਨਹੀਂ ਇਹਦੇ ਵਿੱਚ, ਜਿਵੇਂ ਲਿਖਿਆ ਐਵੇਂ ਤੁਸੀਂ 1591 ਨਹੀਂ ਬਾਈ, 1491 ਈਸਵੀ ਹੈ। ਠੀਕ ਹੈ, ਇਹ ਤੁਸੀਂ ਥੋੜ੍ਹਾ ਜਿਹਾ ਦੇਖ ਲਿਆ ਜੇ। ਠੀਕ ਹੈ, 1591 ਨਹੀਂ, ਇੱਕ ਮਿੰਟ ਹੋਏ, ਹੁਣ ਸਹੀ ਹੋ ਗਿਆ ਇਹ। ਲੈ ਮੈਨੂੰ ਹੁਣੇ ਪਤਾ, ਮੈਂ ਇੱਕ ਹੋਰ ਤਰੀਕਾ ਲੱਭਿਆ। ਇਹ ਕੀ ਹੈ ਅਸਲ ਦੇ ਵਿੱਚ ਬਿਕਰਮੀ ਸੰਮਤ ਦੀ ਗੱਲ ਕਰ ਰਹੇ ਆ। ਲੈ ਹੁਣ ਬਣ ਗਈ ਗੱਲ ਵੀ, ਆਹ ਬਣ ਗਈ ਗੱਲ, ਹੁਣ ਤਾਂ ਜਮਾਂ ਹੀ ਸ਼ਿਓਰ ਹੋ ਗਿਆ। ਮੈਂ ਵੀ ਸੋਚਾਂ ਵੀ 1491 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤਾਂ ਨਹੀਂ ਲੱਗਦੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਹੈ ਜਿਹੜਾ ਉਹ ਕਰਤਾਰਪੁਰ ਸਾਹਿਬ ਵਿਖੇ ਗੁਜ਼ਾਰਿਆ।
ਆਪਣੇ ਜੀਵਨ ਦਾ ਅੰਤਿਮ ਸਮਾਂ। ਸੋ ਇਹਦੇ ਵਿੱਚ 1591 ਬਿਕਰਮੀ ਹੈ ਬਈ, ਆਹ 1591 ਈਸਵੀ ਨਹੀਂ ਗਾ, ਇਹ ਬਿਕਰਮੀ ਹੈ। ਆ ਲਓ ਹੁਣ ਸਹੀ ਕਰ ਲਿਓ ਇਹਨੂੰ, 1591 ਬਿਕਰਮੀ ਵਿੱਚ, ਬਿਕਰਮੀ। ਹੁਣ ਬਿਕਰਮੀ ਸੰਮਤ ਹੈ ਜਿਹੜਾ ਉਹ ਈਸਵੀ ਸਨ ਤੋਂ 57 ਸਾਲ ਅੱਗੇ ਚੱਲਦਾ ਹੈ। ਹੁਣ 1591 ਵਿੱਚੋਂ ਤੁਸੀਂ 57 ਘਟਾ ਲਓ, ਈਸਵੀ ਸਨ ਕੱਢ ਲਈਏ ਨਾ, 1591 ਚੋਂ 57 ਘਟਾਓਗੇ ਜਦੋਂ, ਤੇ 11 ਚੋਂ 7 ਗਏ 4 ਤੇ 8 ਚੋਂ 5 ਗਏ 3 ਤੇ 1534 ਈਸਵੀ। ਮਤਲਬ ਕੀ ਹੈ, ਗੁਰੂ ਨਾਨਕ ਦੇਵ ਜੀ 1534 ਈਸਵੀ ਜੀਵਨ ਦੇ ਆਖਰੀ ਜਿਹੜੇ 10 ਸਾਲ ਹੈ ਉਹ ਕਰਤਾਰਪੁਰ ਵਿਖੇ ਬਿਤਾਉਂਦੇ ਆ। 1534 ਈਸਵੀ ਦੇ ਵਿੱਚ 1591 ਬਿਕਰਮੀ, ਮਤਲਬ ਕੀ ਹੈ 1534 ਈਸਵੀ। 1534 ਈਸਵੀ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਆ ਵੀ ਇਹਨਾਂ ਦਾ ਭਾਈ ਮਰਦਾਨਾ ਜੀ ਦਾ ਦੇਹਾਂਤ ਹੈ ਜਿਹੜਾ 1534 ਈਸਵੀ, ਮਤਲਬ 1591 ਬਿਕਰਮੀ ਦੇ ਵਿੱਚ ਹੋਇਆ। 1591 ਬਿਕਰਮੀ ਤੋਂ ਭਾਵ ਹੈ ਭਾਈ 1534 ਈਸਵੀ। 1534 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਜਿੰਦਾ ਸੀ। ਗੁਰੂ ਨਾਨਕ ਦੇਵ ਜੀ ਜਿੰਦਾ ਸਨ ਇਸ ਦੁਨੀਆ ਤੇ, ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕਰ ਰਹੇ ਸਨ। 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਆ। ਯਾਦ ਰੱਖਣਾ ਤੁਸੀਂ। ਆ ਲਓ ਬਿਕਰਮੀ ਕਰਦੇ ਇਹਨੂੰ, ਬਸ ਗੱਲ ਖਤਮ। ਆ ਹੁਣੇ ਜਸਟੀ ਕੱਢੀ ਆ ਮੈਂ ਇਹ ਗੱਲ, ਤੁਸੀਂ ਤੁਹਾਡਾ ਇਹ ਕਮੈਂਟ ਪੜ੍ਹਿਆ ਤੇ ਨਾਲ ਹੀ ਮੈਂ ਦੱਸਤਾ ਤੁਹਾਨੂੰ। ਨੋਟ ਨਹੀਂ ਕੀਤੇ ਤੁਸੀਂ, ਬੜੀ ਬਰੀਕੀ ਨੋਟ ਕੀਤੀ ਹੈ, ਬਹੁਤ ਵਧੀਆ ਲੱਗਿਆ ਮੈਨੂੰ। ਆਈ ਲਾਈਕ ਇਟ ਵੈਰੀ ਮੱਚ। ਬਾਕੀ ਸਟੂਡੈਂਟ ਨੇ ਕਮੈਂਟਸ ਕੀਤੇ ਹੈ, ਥੈਂਕਸ ਕੀਤਾ ਹੈ ਸਰ ਜੀ ਡੇਲੀ ਕਲਾਸ ਲੈ ਕੇ। ਹਾਂ ਡੇਲੀ ਜ਼ਰੂਰ, ਮੇਰੀ ਬਹੁਤ ਕੋਸ਼ਿਸ਼ ਰਹੂਗੀ। ਹੁਣ ਇਹਨਾਂ ਦਿਨਾਂ ਵਿੱਚ ਨਾ ਮੇਰੇ ਇਸ ਚੀਜ਼ 'ਤੇ ਦਰਦ ਬਹੁਤ ਰਿਹਾ, ਮਤਲਬ ਮੇਰੇ ਕੰਨ ਬਹੁਤ ਪ੍ਰਭਾਵਿਤ ਹੁੰਦੇ ਆ ਜਦੋਂ ਮੈਨੂੰ ਐਲਰਜੀ ਦੀ ਸਮੱਸਿਆ ਆਉਂਦੀ ਹੈ। ਬੁੱਲਾਂ ਦੀ ਸਥਿਤੀ ਤੇ ਸਵਰਾਂ ਦੀ ਵੰਡ ਬਾਰੇ ਦੱਸ ਦਿਓ। ਇੱਕ ਕਲਾਸ ਕੱਲ੍ਹ ਨੂੰ ਜਦੋਂ ਮੈਂ ਵੀਡੀਓ ਪਾਊਂਗਾ ਇਹਨਾਂ ਦੀ ਪ੍ਰਸ਼ਨਾਂ ਉੱਤਰਾਂ ਵਾਲੀ, ਨਾਲ ਹੀ ਤੁਹਾਨੂੰ ਸਵਰਾਂ ਦੀ ਵੰਡ ਹੈ ਜਿਹੜੀ, ਬੁੱਲਾਂ ਦੀ ਸਥਿਤੀ, ਬੁੱਲਾਂ ਦੇ ਆਕਾਰ, ਕੁਛ ਵੀ ਹੈ ਸਭ ਸਮਝਾ ਦੂੰਗਾ। ਸਾਹਿਤ ਦੇ ਰੂਪ ਆਉਗੇ ਭਾਈ, ਅੱਗੇ ਆ ਜਾਣਗੇ। ਸਬਰ ਰੱਖੋ, ਬਹੁਤ ਸ਼ਾਨਦਾਰ ਪ੍ਰਸ਼ਨ ਹੈ, ਆਉਣਗੇ। ਹਾਂ ਇੱਕ ਨੇ ਲਿਖ ਹੀ ਦਿੱਤਾ ਸੀਗਾ ਸਰ ਜੀ 38 ਨੰਬਰ ਦਾ ਆਨਸਰ ਰਣਥੰਭੋਰ ਹੈ। ਹਾਂ ਮੈਂ ਤਾਂ ਹੀ ਤਾਂ ਤੁਹਾਨੂੰ ਕਿਹਾ ਸੀਗਾ ਵੀ ਥੋੜ੍ਹਾ ਜਿਹਾ ਦੇਖ ਲਿਓ। ਥੈਂਕ यू जी। सर मिलना है आपसे, एड्रेस तुमसे मिलने की ख्वाहिश है मगर आने जाने का किराया बहुत लगता है। ठीक है भाई, मतलब कि एड्रैस कोई नहीं, तुसी कॉल कर लियो, मैं तुहानू दस दूँगा, तुसी मिल लियो। मैं कॉल नंबर तुहानू पता ही है सारिਆਂ ਨੂੰ 8094947061। ठीक है भाई। हाँ ਉਸ ਤੋਂ ਬਾਅਦ ਇੱਕ ਹੋਰ, ਉਸ ਤੋਂ ਪਹਿਲਾਂ ਵੀ ਜਿਹੜੀ ਸੀਗੀ ਕਲਾਸ ਉਹਦੇ ਵਿੱਚ ਵੀ ਸਟੂਡੈਂਟ ਨੇ ਪ੍ਰਸ਼ਨ ਪੁੱਛੇ ਸੀਗੇ। ਉਸ ਤੋਂ ਪਹਿਲਾਂ ਵਾਲੀ 'ਚ ਵੀ ਕੋਈ ਦੇਖ ਲੈਂਦੇ ਆ, ਕੋਈ ਪ੍ਰਸ਼ਨ ਪੁੱਛਿਆ ਹੁੰਦਾ, ਕਈ ਵਾਰ ਸਟੂਡੈਂਟ ਦਾ ਨਿਗਾਹ 'ਚ ਆ ਜਾਂਦਾ ਨਾ ਪ੍ਰਸ਼ਨ, ਉਹ ਵਧੀਆ ਹੁੰਦਾ। 10ਵੀਂ ਦੀ ਬੁੱਕ ਦੇ ਹੋਰ ਵੀ ਕੁਐਸਚਨ ਹਾਂ ਅੱਜ ਵਾਲੀ 'ਚ ਬਣ ਗਏ ਨਾ, ਐਗਜ਼ਾਮ ਤੱਕ ਤੁਹਾਡੇ ਸਾਥ ਹੀ ਆ ਬਾਈ। ਬਾਕੀ ਥੈਂਕਸ ਹੀ ਕੀਤਾ। ਹਾਂ ਇੱਕ ਗਲਤ ਹੋ ਗਿਆ ਸੀ ਹੈ ਨਾ, ਮੈਂ ਮਾਸਟਰਾਣੀ ਅਤੇ ਮਾਸਟਰਨੀ ਦੋਨੇ ਅਲੱਗ-ਅਲੱਗ ਕਰਤੇ ਸੀ, ਮਤਲਬ ਦੋਨਾਂ 'ਚ ਉਲਟ ਫੇਰ ਕਰਤਾ ਸੀਗਾ। ਮਾਸਟਰਨੀ ਨੂੰ ਮਤਲਬ ਉਸ ਤੋਂ ਬਾਅਦ ਮੈਂ ਕੀਤਾ ਸੀ ਨਾ ਸੰਤਵੀਰ ਸਰ ਵਾਲੇ ਜਿਹੜਾ ਹੈਗਾ ਚੈਨਲ, ਉਹ ਤੋਂ ਮੈਂ ਕਮੈਂਟ ਕਰਤਾ ਸੀਗਾ ਨਾ ਵੀ ਮਾਸਟਰਨੀ ਅਧਿਆਪਕਾਂ ਨੂੰ ਕਹਿੰਦੇ ਆ, ਅਤੇ ਮਾਸਟਰਾਣੀ ਮਤਲਬ ਮਾਸਟਰ ਦੀ ਰਾਣੀ ਕੌਣ ਹੋਊਗੀ, ਮਾਸਟਰ ਦੀ ਪਤਨੀ। ਐਵੇਂ ਮੈਂ ਯਾਦ ਵੀ ਕੀਤਾ ਸੀ, ਫਿਰ ਵੀ ਕਨਫਿਊਜ਼ਨ ਹੋ ਗਿਆ। ਸਰ ਟੀਚਰ ਅਗਰ ਕਨਫਿਊਜ਼ਨ ਹੋ ਸਕਦੇ ਆ ਤਾਂ ਸਟੂਡੈਂਟ ਦਾ ਕੀ ਬਣੂਗਾ। ਹਾਂ ਚੱਲਦੀ ਵੀਡੀਓ 'ਚ ਸਰ ਰਿਪਲਾਈ ਦੇਣ ਨਾਲ ਕੰਸੈਪਟ ਤਾਂ ਕਲੀਅਰ ਹੁੰਦੇ ਆ। ਮੈਂ ਇਹੀ ਤਾਂ ਕਹਿਣਾ, ਵਾਰੀ ਪੜ੍ਹਦੇ ਰਹੋਗੇ ਤਾਂ ਚੰਗੇ ਰਹੋਗੇ, ਨਹੀਂ ਤਾਂ ਛੋਟੀ ਗੱਲ 'ਤੇ ਸਟੂਡੈਂਟ, ਮੈਂ ਐਪ ਦੇ ਵਿੱਚ ਦੇਖਿਆ ਨਾ, ਐਪ 'ਚ ਮੈਂ ਪੜ੍ਹਦਾ ਰਹਿੰਦਾ ਹੁੰਦਾ ਸਟੂਡੈਂਟ ਦੇ ਕਮੈਂਟਸ, ਤਾਂ ਉਦੋਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਨਿੱਕੀ ਜਿਹੀ ਗੱਲ ਨਹੀਂ ਸਟੂਡੈਂਟ ਦਾ ਕੰਸੈਪਟ ਕਲੀਅਰ ਕਰ ਦੇਗੀ, ਤਾਂ ਉਹ ਮੈਨੂੰ ਬੜਾ ਉਦੋਂ ਦੁੱਖ ਹੁੰਦਾ। ਵੀ ਮੈਂ ਕਹਿ ਦਿੰਦਾ ਯਾਰ ਦੇਖ ਲਾ ਹੈ ਨਾ, ਵੀ ਮੈਂ ਇੰਨਾ ਕਹਿਣਾ ਵੀ ਤੁਸੀਂ ਇੰਨਾ ਕਿਉਂ ਪ੍ਰਸ਼ਨਾਂ 'ਤੇ ਡਿਪੈਂਡ ਹੋ, ਤੁਸੀਂ ਕਿਉਂ ਨਹੀਂ ਕੰਸੈਪਟ ਕਲੀਅਰ ਕਰਦੇ, ਤੁਸੀਂ ਕਿਉਂ ਨਹੀਂ ਥਿਓਰੀ ਢੰਗ ਨਾਲ ਪੜ੍ਹਦੇ, ਤੁਸੀਂ ਕਿਉਂ ਨਹੀਂ ਬੁੱਕ ਪੜ੍ਹ ਰਹੇ। ਵੀ ਤੁਸੀਂ ਇਹ ਕਹਿ ਦਿੰਦੇ ਹੋ ਵੀ ਸਰ ਸਮਾਂ ਥੋੜ੍ਹਾ ਸਾਡੇ ਕੋਲ, ਅਸੀਂ ਆਹ ਬੁੱਕ ਨਹੀਂ ਪੜ੍ਹ ਸਕਦੇ, ਉਹ ਬੁੱਕ ਨਹੀਂ, ਇਹਦੇ ਪਿੱਛੇ ਕਿਉਂ ਤੁਸੀਂ ਐਵੇਂ ਕਰਦੇ ਹੋ। ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਇੰਦਰਦੇਵ ਸਿੰਘ ਨੰਦਰਾ ਵਾਲੀ ਬੁੱਕ ਹੈ ਜਿਹੜੀ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਉਸ ਬੁੱਕ ਦਾ। ਵੱਡੀ ਗੱਲ ਇਹ ਹੈ ਵੀ ਉਹਦੇ ਵਿੱਚ ਪ੍ਰਸ਼ਨ ਹੈ ਜਿਹੜਾ, ਮਤਲਬ ਜਿਵੇਂ ਕੋਈ ਕਿਸੇ ਦੀ ਪਰਿਭਾਸ਼ਾ ਆ ਗਈ, ਉਹ ਸਾਰੀਆਂ ਚੀਜ਼ਾਂ ਤੁਸੀਂ ਕਲੀਅਰ ਕਰ ਸਕਦੇ ਹੋ ਵਧੀਆ ਸ਼ਾਨਦਾਰ ਤਰੀਕੇ ਨਾਲ।
ਤੁਸੀਂ ਯਾਦ ਰੱਖਣੀ ਹੈ, ਠੀਕ ਹੈ ਗੱਲ। ਉਹਦੇ ਵਿੱਚੋਂ ਪੜ੍ਹਦੇ ਰਹੋ, ਜਿੱਥੋਂ ਤੱਕ ਤੁਹਾਨੂੰ ਸਮਝ ਆਵੇ ਉਹਨਾਂ ਪੜ੍ਹ ਲਿਆ, ਬਾਕੀ ਛੱਡਤਾ। ਐਡੀ ਵੀ ਕੋਈ ਗੱਲ ਨਹੀਂ ਗੀ ਜਿੰਨੀ ਤੁਸੀਂ ਹਊਆ ਨਾ ਬਣਾਓ ਇਸ ਚੀਜ਼ ਨੂੰ। ਜਸਟ ਕੀਪ ਇਟ ਸਿੰਪਲ। ਤੁਸੀਂ ਇਹਨੂੰ ਸਿੰਪਲ ਤਰੀਕੇ ਨਾਲ, ਸਧਾਰਨ ਤਰੀਕੇ ਨਾਲ ਤੁਸੀਂ ਜਿਹੜਾ 3rd ਗ੍ਰੇਡ ਦਾ ਪੇਪਰ ਆ ਵਧੀਆ ਕਲੀਅਰ ਕਰ ਜਾਓਗੇ। ਅਗਰ ਤੁਸੀਂ ਇਹਨੂੰ ਸਮੂਥਲੀ ਚੱਲਣ ਦਿਓਗੇ, ਅਗਰ ਤੁਸੀਂ ਸਮੂਥਲੀ ਪੜ੍ਹਦੇ ਰਹੋਗੇ, ਸਮੂਥਲੀ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਰਹੋਗੇ, ਜ਼ਿਆਦਾ ਭਰਮ ਨਾ ਪਾਓਗੇ, ਭਰਮ ਦੇ ਵਿੱਚ ਨਾ ਪਾਓਗੇ ਆਪਣੇ ਆਪ ਨੂੰ, ਤਾਂ ਬਾਈ ਉਹਦਾ ਫਾਇਦਾ ਤੁਹਾਨੂੰ ਹੈ। ਤੁਹਾਡੇ 70 ਚੋਂ 70 ਪ੍ਰਸ਼ਨ ਵੀ ਸਹੀ ਹੋ ਸਕਦੇ ਆ, ਇਸ ਗੱਲ ਦੀ ਗਰੰਟੀ ਹੈ। ਸੋ ਠੀਕ ਹੈ ਬਈ, ਆਹ ਤੁਸੀਂ ਕਰ ਲਿਓ ਚੰਗਾ। 1591 ਬਿਕਰਮੀ ਕਰ ਲਿਓ ਇਹਨੂੰ, ਫਿਰ ਸਹੀ ਹੈ। 1534 ਈਸਵੀ ਆ ਜਾਊਗਾ। 1534 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸੀਗੇ। 1591 ਈਸਵੀ ਨਹੀਂ ਬਾਈ, 1591 ਬਿਕਰਮੀ ਕਰ ਲਿਓ। ਅਗਰ ਪ੍ਰਸ਼ਨ ਤੁਸੀਂ ਕਹੋ ਸਰ ਰਿਟ 10ਵੀਂ ਵਾਲੀ ਬੁੱਕ ਤੇ ਹੀ ਲੱਗੂਗੀ, ਪਰ ਆਹ ਆ ਜਿਹੜੀ ਇਹ ਗਲਤੀ ਹੈ ਬਾਈ, ਇਹ ਤਾਂ ਸਹੀ ਕਰਨੀ ਪਊਗੀ। 1591 ਈਸਵੀ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਜੀ ਹੈ ਹੀ ਨਹੀਂ ਗੇ। 1539 ਈਸਵੀ ਦੇ ਵਿੱਚ ਹੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਨਾ। ਇਸ ਕਰਕੇ 1534 ਈਸਵੀ ਬਣਦਾ ਹੈ ਬਾਈ, ਇਹ ਯਾਦ ਰੱਖਿਓ। ਲੈ ਵੀ ਤੁਸੀਂ ਸਟੂਡੈਂਟ ਨੇ ਜਿਹੜੇ ਨੇ ਵੀ ਇਹ ਕਮੈਂਟ ਕੀਤਾ, ਬਹੁਤ ਬਹੁਤ ਧੰਨਵਾਦ ਉਹਦਾ। ਸੋ ਠੀਕ ਹੈ ਬਾਈ, ਇਹ ਵੀਡੀਓ ਹੋ ਗਈ ਆਪਣੀ। ਅਗਲੀ ਵੀਡੀਓ ਲੈ ਕੇ ਜਲਦੀ ਮਿਲਦਾ ਮੈਂ, ਕੋਈ ਦਿੱਕਤ ਨਹੀਂ, ਕੋਈ ਪਰਵਾਹ ਨਹੀਂ। ਓਕੇ ਆ ਮੈਂ ਹੁਣ ਬਿਲਕੁਲ। ਮਿਲਦੇ ਆ ਜਲਦੀ। ਸਤਿ ਸ਼੍ਰੀ ਅਕਾਲ।